ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਦੇਖੋ, ਆਪਾਂ ਤੁਹਾਡੇ ਨਾਲ ਪੋਲਿਟੀ ਦੇ ਜਿਹੜੇ ਲੈਕਚਰ ਨੇ ਉਹ ਲਗਾਤਾਰ ਡਿਸਕਸ ਕਰ ਰਹੇ ਹਾਂ। ਜਿਹੜੇ ਇਹਦੇ 'ਚੋਂ ਹਾਈ ਲੈਵਲ MCQ ਨੇ, ਆਪਾਂ ਉਹਨਾਂ ਨੂੰ ਤਰਜੀਹ ਦੇ ਕੇ ਉਹਨਾਂ ਦੇ ਫੈਕਟ ਐਨਾਲਿਸਿਸ ਕਰ ਰਹੇ ਹਾਂ ਤੁਹਾਡੇ ਨਾਲ। ਤਾਂ ਇਹ ਤੋਂ ਪਹਿਲਾਂ ਆਪਾਂ ਵੀਡੀਓ ਪਾ ਚੁੱਕੇ ਹਾਂ, ਤੁਸੀਂ ਥੰਬਨੇਲ ਸਭ ਨੇ ਪਹਿਲਾਂ ਦੇਖਿਆ ਹੋਊਗਾ। ਉਹ ਵੀਡੀਓ ਨੂੰ ਵਧੀਆ ਰਿਸਪੌਂਸ ਮਿਲਿਆ, ਤਾਂ ਉਹਦੇ ਨਾਲ ਦੀ ਆਪਾਂ ਦੂਸਰੀ ਵੀਡੀਓ ਅੱਜ ਕਵਰ ਕਰ ਰਹੇ ਹਾਂ, ਜਿਵੇਂ ਕਿ ਉਹਨਾਂ ਦੇ ਪੁਰਾਣੇ ਪੇਪਰਾਂ ਦੇ MCQ ਹੋਣਗੇ ਔਰ ਉਹਦੀ ਐਕਸਪਲੇਨੇਸ਼ਨ ਹੋਊਗੀ। ਤਾਂ ਜਿਹੜੇ ਚੈਨਲ 'ਤੇ ਨਵੇਂ ਆ ਬੱਚੇ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਉਦੋਂ ਪਹਿਲਾਂ ਆਪਾਂ ਤੁਹਾਨੂੰ ਕਰੰਟ ਦੇ ਨਾਲ ਥੋੜ੍ਹਾ ਜਿਹਾ ਜੋੜ ਦਈਏ। ਬਾਕੀ ਦੇਖੋ, ਇੰਡੀਆ ਦੀ ਆਪਣੀ ਗਵਰਨਮੈਂਟ ਆ ਜਿਹੜੀ, ਉਹਨੇ 16 YouTube ਨਿਊਜ਼ ਚੈਨਲ ਨੇ ਜਿਹੜੇ ਹੋਰ ਬਲੌਕ ਕੀਤੇ ਆ। ਤਾਂ ਇਹਨਾਂ ਦੇ ਵਿੱਚੋਂ 6 ਤਾਂ ਕਹਿੰਦੇ ਆ ਵੀ ਪਾਕਿਸਤਾਨੀ ਬੇਸ ਨੇ ਔਰ 10 ਆਪਣੇ ਭਾਰਤੀ ਨੇ। ਓਕੇ, ਤਾਂ ਇਦੋਂ ਗਾਹਾਂ ਬਸ ਇੰਨਾ ਇਹਨਾਂ ਦੇ ਵਿੱਚ ਡੈਪਥ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ। ਬਾਕੀ ਇਹਦੇ ਬਾਰੇ ਆਪਾਂ ਇੱਕ ਸ਼ਾਰਟ ਪਾਵਾਂਗੇ, ਬਸ ਜਿੰਨੀ ਜਾਣਕਾਰੀ ਤੁਹਾਨੂੰ ਹੋਊਗੀ, ਜਿੰਨੀ ਜ਼ਰੂਰੀ ਆ ਉਹਦੇ ਲਈ, ਠੀਕ ਆ। ਤਾਂ ਉਹਦੇ ਵਿੱਚ ਤੁਹਾਨੂੰ ਉਹ ਪ੍ਰੋਵਾਈਡ ਕਰਵਾ ਦਿੱਤੀ ਜਾਊਗੀ। ਇਹ ਇੱਕ ਵੈਸੇ ਆਇਆ ਸੀ ਨਿਊਜ਼ 'ਚ, ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ। ਇਸ ਤੋਂ ਬਾਅਦ ਜਿੰਨੀਆਂ ਅਪੁਆਇੰਟਮੈਂਟ ਹੁੰਦੀਆਂ ਨੇ ਔਰ ਨੀਤੀ ਆਯੋਗ ਨੂੰ ਲੈ ਕੇ, ਕਿਉਂਕਿ ਨੀਤੀ ਆਯੋਗ ਇੰਡੀਆ ਦਾ ਥਿੰਕ ਟੈਂਕ ਆ, ਇਹਨੂੰ ਲੈ ਕੇ ਜਿਹੜੀ ਵੀ ਚੀਜ਼ ਚਰਚਾ ਦੇ ਵਿੱਚ ਆਉਂਦੀ ਆ ਉਹ ਆਪਣੇ ਲਈ ਪੜ੍ਹਨੀ ਜ਼ਰੂਰੀ ਹੋ ਜਾਂਦੀ ਆ। ਜਿਵੇਂ ਕਿ ਰਾਜੀਵ ਕੁਮਾਰ ਸਟੈਪ ਡਾਊਨ, ਇਦੋਂ ਬਾਅਦ ਜਿਹੜੇ ਹੁਣ ਆਪਣੇ ਰਾਜੀਵ ਕੁਮਾਰ ਸੀਗੇ ਚੇਅਰਮੈਨ, ਤਾਂ ਤੁਹਾਨੂੰ ਪਤਾ ਵੀ ਆਪਣੇ ਕੌਣ ਹੁੰਦੇ ਆ ਨੀਤੀ ਆਯੋਗ ਦੇ ਜਿਹੜੇ ਚੇਅਰਮੈਨ ਹੁੰਦੇ ਆ, ਉਹ ਆਪਣੇ ਹੁੰਦੇ ਆ ਪ੍ਰਾਈਮ ਮਿਨਿਸਟਰ, ਠੀਕ ਆ। ਤਾਂ ਇਸ ਤੋਂ ਬਾਅਦ ਜਿਹੜੇ ਵਾਈਸ ਚੇਅਰਮੈਨ ਸੀਗੇ, ਤਾਂ ਉਹਨਾਂ ਨੇ ਕੀ ਕਰਤਾ, ਅਸਤੀਫਾ ਦੇਤਾ ਨੀਤੀ ਆਯੋਗ ਤੋਂ। ਕੌਣ ਸੀਗੇ? ਰਾਜੀਵ ਕੁਮਾਰ। 2017 ਤੋਂ ਇਹ ਬਣੇ ਹੋਏ ਸੀ ਪੋਸਟ ਦੇ ਉੱਤੇ, ਕਿਉਂਕਿ ਉਦੋਂ ਪਹਿਲੀ ਵਾਰ ਅਸਤੀਫਾ ਦਿੱਤਾ ਸੀ ਅਰਵਿੰਦ ਪਨਗੜੀਆ ਜੀ ਨੇ। ਤਾਂ ਇਹਨਾਂ ਤੋਂ ਬਾਅਦ ਲਗਾਤਾਰ ਇਹ ਬਣੇ ਹੋਏ ਸੀ। ਤਾਂ ਹੁਣ ਇਹਨਾਂ ਨੂੰ ਸਰਕਾਰ ਨੇ ਕਿਹਾ ਵੀ ਅਸਤੀਫਾ ਦਿਓ। ਤਾਂ ਹੁਣ ਸੁਮਨ ਕੇ ਬੇਰੀ ਨੇ ਜਿਹੜੇ, ਤੇ ਉਹਨਾਂ ਨੂੰ ਅਪੁਆਇੰਟ ਕੀਤਾ ਜਾਊ 1 ਤਰੀਕ ਤੋਂ। ਇਹ ਆਪਣਾ ਜਿਹੜਾ ਉਹ ਆ ਸੰਭਾਲਣਗੇ, ਠੀਕ ਆ, ਉਹਦਾ। ਤਾਂ ਇਹ ਤੁਸੀਂ ਯਾਦ ਰੱਖਣਾ। ਨੀਤੀ ਆਯੋਗ ਦੇ ਬਾਰੇ ਆਪਾਂ ਆਲਰੇਡੀ ਤੁਹਾਨੂੰ ਕਰਵਾਇਆ ਹੋਇਆ ਪਹਿਲਾਂ ਪਲਾਨਿੰਗ ਕਮਿਸ਼ਨ ਚੱਲਦਾ ਸੀ, ਠੀਕ ਆ। ਤਾਂ ਪਹਿਲਾਂ ਕੀ ਚੱਲਦਾ ਸੀ ਆਪਣਾ ਪਲਾਨਿੰਗ ਕਮਿਸ਼ਨ, ਜਾਣੀ ਕਿ 5-5 ਸਾਲਾਂ ਦੀਆਂ ਯੋਜਨਾਵਾਂ ਚੱਲਦੀਆਂ ਸੀਗੀਆਂ। ਪਰ ਇੱਕ ਗੱਲ ਤੁਸੀਂ ਹੁਣ ਨੋਟ ਕਰ ਲਿਓ, 31 ਦਸੰਬਰ ਫਿਰ ਵੀ 2014 31 ਦਸੰਬਰ 2014 ਨੂੰ ਜਿਹੜਾ ਸੀਗਾ ਪਲਾਨਿੰਗ ਕਮਿਸ਼ਨ, ਇਹਨੂੰ ਐਬੋਲਿਸ਼ ਕਰਤਾ। ਅਤੇ ਇਸ ਤੋਂ ਬਾਅਦ ਇਹਦੀ ਜਗ੍ਹਾ ਕਿਹਨੇ ਲੈ ਲਈ? ਨੀਤੀ ਆਯੋਗ ਨੇ। ਨੀਤੀ ਆਯੋਗ, ਇਹਨੂੰ ਕੀ ਕਿਹਾ ਜਾਂਦਾ? ਥਿੰਕ ਟੈਂਕ। ਕੀ ਕਿਹਾ ਜਾਂਦਾ? ਥਿੰਕ ਟੈਂਕ ਕਿਹਾ ਜਾਂਦਾ ਇਹਨੂੰ। ਇਹਦੀ ਫੁੱਲ ਫਾਰਮ ਹੈਗੀ ਆ ਨੈਸ਼ਨਲ ਇੰਸਟੀਟਿਊਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ। ਤਾਂ ਇਹ ਕਿਹਦੇ ਦੁਆਰਾ ਹੁੰਦੀ ਆ? PM ਦੁਆਰਾ, ਔਰ ਨੋਨ ਕੌਨਸਟੀਟਿਊਸ਼ਨਲ ਆ। ਇਹਦੇ ਨਾਲ ਜਿਹੜੀ 15 ਵਰਸੀ ਯੋਜਨਾ 2017 ਤੋਂ 32 ਤੱਕ ਸੀ, ਵਿਜ਼ਨ ਡਾਕੂਮੈਂਟ ਰਿਹਾ ਸੀਗਾ ਇਹਨਾਂ ਦਾ। ਓਕੇ, ਬਾਕੀ ਇਹਨਾਂ ਦੇ ਬਾਰੇ ਇੰਨਾ ਹੈ ਨਹੀਂ ਗਾ ਪੜ੍ਹਨ ਦੇ ਲਈ, ਠੀਕ ਆ। ਮੈਂ ਤੁਹਾਨੂੰ ਪਹਿਲਾਂ ਇਹ ਕਰਵਾ ਚੁੱਕਿਆ ਆਲਰੇਡੀ। ਇਹਦੇ ਬਾਰੇ ਵੀਡੀਓ ਆਪਣੀ ਪਈ ਆ, ਉਹਨੂੰ ਤੁਸੀਂ ਉੱਥੇ ਦੇਖ ਸਕਦੇ ਹੋ। ਤਾਂ ਇਹ ਆਪਣਾ ਨਿਊਜ਼ ਦਾ ਰਿਹਾ ਸੀਗਾ ਫੈਕਟ, ਤਾਂ ਕਰਕੇ ਆਪਾਂ ਇਹਨੂੰ ਇੱਥੇ ਡਿਸਕਸ ਕੀਤਾ ਗਾ ਤੁਹਾਡੇ ਨਾਲ। ਔਰ ਇੱਕ ਅਜੇ ਕੁਮਾਰ ਸੂਦ, ਉਹ ਅਪੁਆਇੰਟ ਕੀਤੇ ਗਏ ਨੇ PAC, ਜਾਣੀ ਕਿ ਪ੍ਰਿੰਸੀਪਲ ਸਾਇੰਟੀਫਿਕ ਐਡਵਾਈਜ਼ਰ। ਓਕੇ, ਤਾਂ ਇਹ ਅਪੁਆਇੰਟ ਕੀਤੇ ਗਏ ਆ। ਤਾਂ ਇਹਨਾਂ ਦਾ ਮਤਲਬ ਕਿ 3 ਸਾਲ ਦੀ ਪੋਸਟ ਹੁੰਦੀ ਆ, ਪ੍ਰਾਈਮ ਮਿਨਿਸਟਰ ਅਪੁਆਇੰਟ ਕਰਦੇ ਨੇ। ਆਹ ਐਗਜ਼ਾਮ ਓਰੀਐਂਟਡ ਆਪਣੇ ਕੀ ਚੀਜ਼ ਇਹਦੇ 'ਚੋਂ ਵੀ ਅਜੇ ਕੁਮਾਰ ਸੂਦ, ਇੱਕ ਤਾਂ ਨੇਮ ਜ਼ਰੂਰੀ ਆ। ਅਪੁਆਇੰਟ ਕੀ ਕੀਤੇ ਗਏ ਨੇ? ਪ੍ਰਿੰਸੀਪਲ ਸਾਇੰਟੀਫਿਕ ਐਡਵਾਈਜ਼ਰ ਕੀਤੇ ਗਏ ਨੇ। ਔਰ ਦੂਸਰਾ, ਇਹਨਾਂ ਨੂੰ ਅਪੁਆਇੰਟ ਕੌਣ ਕਰਦਾ? ਪ੍ਰਾਈਮ ਮਿਨਿਸਟਰ ਕਰਦਾ, ਕਿਉਂਕਿ ਜ਼ਿਆਦਾਤਰ ਆਪਣੇ ਜਿਹੜੀਆਂ ਨਿਯੁਕਤੀਆਂ ਨੇ ਸੈਂਟਰ ਦੀਆਂ, ਉਹ ਪ੍ਰੈਜ਼ੀਡੈਂਟ ਸਾਹਿਬ ਕਰਦੇ ਆ। ਪਰ ਇਹਦੀ ਜਿਹੜੀ ਨਿਯੁਕਤੀ ਉਹ ਪ੍ਰਾਈਮ ਮਿਨਿਸਟਰ ਨੇ ਕੀਤੀ ਆ। ਔਰ ਕਿੰਨੇ ਸਾਲ ਲਈ ਕੀਤੀ ਆ? 3 ਸਾਲ ਦੇ ਲਈ। ਇਹ ਚੀਜ਼ ਆਪਣੇ ਲਈ ਜ਼ਰੂਰੀ ਆ। ਔਰ ਇਹਨਾਂ ਦੀ ਜਗ੍ਹਾ 'ਤੇ ਜਿਹੜੇ ਪਹਿਲਾਂ ਸੀਗੇ ਉਹ ਕੌਣ ਸੀਗੇ? K ਵਿਜੇ ਰਾਘਵਨ ਸੀਗੇ। ਡਨ, ਇਹਨਾਂ ਨੂੰ ਅਪਰੂਵਲ ਹੁਣ ਮਿਲ ਚੁੱਕਿਆ। ਬਾਕੀ ਇਹਨਾਂ ਦਾ ਏਮ ਕੀ ਆ? ਅਤੇ ਇਹਨਾਂ ਨੂੰ ਮਤਲਬ ਕਿ ਸਲਾਹ ਦੇਣੀ ਕਾਹਦੇ ਸਾਇੰਸ, ਟੈਕਨੋਲੋਜੀ, ਇਨੋਵੇਸ਼ਨ, ਇਹ ਚੀਜ਼ਾਂ ਦੇ ਉੱਤੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਇੱਕ ਪ੍ਰੋਪਰ ਗਾਈਡ ਕਰਨਾ, ਸਲਾਹ ਦੇਣੀ, ਇਹਦਾ ਕੰਮ ਆ। ਤਾਂ ਇਹ ਸੀਗੀਆਂ ਹੁਣ ਨਿਊਜ਼। ਬਾਕੀ ਇੱਕ ਮਹਾਰਾਸ਼ਟਰ ਫਸਟ ਸਟੇਟ ਬਣ ਗਿਆ। ਮਹਾਰਾਸ਼ਟਰ ਬਾਰੇ ਵੀ ਹੁਣ ਫੈਕਟ ਆ ਗਿਆ ਇੱਕ। ਇਹ ਫਸਟ ਸਟੇਟ ਬਣਿਆ ਇੰਡੀਆ ਦੇ ਵਿੱਚ ਲਾਂਚ ਕਰਨ ਵਾਲਾ ਬੱਸ ਸਰਵਿਸ, ਜਿਹੜੀ ਕਿ ਟੋਟਲੀ ਡਿਜੀਟਲ ਟਿਕਟਿੰਗ ਸਿਸਟਮ ਆ। ਔਰ ਇੱਕ ਨਾਲ ਹੀ ਇਹਨਾਂ ਨੇ ਚੱਲੋ ਐਪ ਵੀ ਕੀਤਾ, ਠੀਕ ਆ। ਤਾਂ ਆਹ ਐਪ ਵੀ ਇਹਨਾਂ ਨੇ ਇਸੇ ਦੇ ਲਈ ਹੀ ਲਾਂਚ ਕਰਿਆ। ਤਾਂ ਇਹ ਸੀਗੀਆਂ ਮਤਲਬ ਕਿ ਨਿਊਜ਼ ਜਿਹੜੀਆਂ ਕਰੰਟ ਐਵੇਂ ਬਣਦਾ ਬੱਚੇ। ਤਾਂ ਤੁਸੀਂ ਡੇਲੀ ਦੀਆਂ 2 ਚੋਂ 5-10 ਤਾਂ ਇਹੋ ਜਿਹੀਆਂ ਹੁੰਦੀਆਂ ਫੈਕਟ ਹੁੰਦੇ ਆ ਜਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਤਾਂ ਹੁਣ ਆਪਾਂ ਜਿਹੜਾ ਕੱਲ੍ਹ ਆਪਾਂ ਕੁਐਸਚਨ ਕੀਤਾ ਸੀ, ਆਪਾਂ ਇਹ ਵੀ ਕਰ ਲਿਆ। ਤਾਂ ਆਪਾਂ ਜਿੱਥੋਂ ਕੁਐਸਚਨ ਛੱਡੇ ਸੀ ਆਪਾਂ ਬੱਚੇ, ਉਹਨੂੰ ਸ਼ੁਰੂ ਕਰਾਂਗੇ ਆਪਾਂ ਵੀਡੀਓ ਨੂੰ ਉੱਥੋਂ। ਚਲੋ, ਆਪਾਂ ਕੌਨਕਰੰਟ ਲਿਸਟ ਇਹਦੇ ਤੱਕ ਆ ਗਏ ਸੀਗੇ। ਇਹਦਾ ਮਤਲਬ ਵੀ ਆਪਾਂ ਕੌਨਕਰੰਟ ਲਿਸਟਾਂ ਨੇ ਜਿਹੜੀਆਂ ਇਨਕਲੂਡ ਕੀਤੀਆਂ ਨੇ ਭਾਰਤੀ ਸੰਵਿਧਾਨ ਦੇ ਵਿੱਚ। ਤੁਹਾਨੂੰ ਸਭ ਨੂੰ ਪਤਾ ਵੀ ਜਿਹੜਾ ਭਾਰਤੀ ਸੰਵਿਧਾਨ ਆ, ਇਹ ਕਈ ਦੇਸ਼ਾਂ ਦੇ ਸੰਵਿਧਾਨ ਦਾ ਨਿਚੋੜ ਆ, ਕਿਉਂਕਿ ਸਾਰੇ ਦੇਸ਼ਾਂ ਦੇ ਵਿੱਚੋਂ ਅਸੀਂ ਕੁਝ ਬੋਰੋ ਕਰਕੇ ਆਪਣਾ ਸੰਵਿਧਾਨ ਬਣਾਇਆ। ਤਾਂ ਕਰਕੇ ਆਪਣਾ ਸੰਵਿਧਾਨ ਸਭ ਦਾ ਲਾਰਜੈਸਟ ਸੰਵਿਧਾਨ ਆ। ਓਕੇ, ਤਾਂ ਇਹਦੇ 'ਚ ਹੋਰ ਵੀ ਕੁਝ ਕੁ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ, ਜਿਵੇਂ ਕਿ DPSP ਆ,
ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਤਾਂ ਇਹ ਹੈਗਾ ਆਪਣਾ ਪਾਰਟ 4 ਦੇ ਵਿੱਚ, ਔਰ ਇਹਦੇ ਆਰਟੀਕਲ ਹੈਗੇ ਨੇ 37 ਤੋਂ 51 ਤੱਕ। ਇਹ ਉਹ ਫੈਕਟ ਨੇ ਜਿਹੜੇ ਤੁਹਾਨੂੰ ਓਰਲੀ ਰਟੇ ਹੋਣੇ ਚਾਹੀਦੇ ਆ। ਬਾਕੀ ਇਹਨਾਂ ਦੇ ਬਾਰੇ ਪੁਆਇੰਟ ਯਾਦ ਰੱਖਿਓ ਵੀ ਇਹ ਇਨਫੋਰਸੇਬਲ ਨਹੀਂ ਹੁੰਦੇ ਕੋਰਟ ਦੇ ਵਿੱਚ, ਠੀਕ ਹੈ, ਨਾਟ ਇਨਫੋਰਸੇਬਲ ਇਨ ਕੋਰਟ ਆਫ ਲਾ। ਇਹ ਅਸੀਂ ਕਿੱਥੋਂ ਲਏ, ਇਹਦਾ ਸੋਰਸ ਕੀ ਆ, ਇਹ ਅਸੀਂ ਲਏ ਸੀ ਆਇਰਲੈਂਡ ਤੋਂ। ਬਸ ਇਹਦੇ ਬਾਰੇ ਇੰਨੀ ਕੁ ਚੀਜ਼ ਧਿਆਨ 'ਚ ਰੱਖਿਓ। ਔਰ ਜਿਹੜਾ ਪੰਚਾਇਤਾਂ ਬਾਰੇ ਕਰਨਾ, ਉਹ ਪੰਚਾਇਤਾਂ ਨਾਲ ਇਹਦੇ 'ਚ ਇੱਕ ਆਰਟੀਕਲ ਸੀਗਾ 40, ਤਾਂ ਇਹਦੇ 'ਚ ਰੱਖਤਾ ਸੀਗਾ ਵੀ ਜਿਹੜੇ ਕੰਟਰੀ ਚਾਹ ਆਪਣਾ ਸਟੇਟ ਚਾਹੇ ਉਹ ਆਪਣਾ ਬਣਾ ਸਕਦੀ ਆ। ਤਾਂ ਹੋਰ ਆਪਾਂ ਫੰਡਾਮੈਂਟਲ ਰਾਈਟਸ ਨੇ ਜਿਹੜੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਮੌਲਿਕ ਅਧਿਕਾਰ, ਜਦੋਂ ਸੰਵਿਧਾਨ ਬਣਿਆ ਉਦੋਂ 7 ਸੀਗੇ, ਬਟ ਇਸ ਤੋਂ ਬਾਅਦ ਰਾਈਟ ਟੂ ਪ੍ਰੋਪਰਟੀ ਖਤਮ ਕਰਤਾ, ਦੈਨ ਇਹ ਬਚ ਗਏ 6। ਹੁਣ ਇਹਨਾਂ ਦਾ ਸੋਰਸ ਕੀ ਆ, ਫੰਡਾਮੈਂਟਲ ਰਾਈਟ ਦਾ ਸੋਰਸ ਕੀ ਆ, USA, ਯੂਨਾਈਟਿਡ ਸਟੇਟਸ ਆਫ ਅਮਰੀਕਾ, ਔਰ ਇਹ ਜੁਡੀਸ਼ੀਅਲ ਰਿਵਿਊ 'ਚ ਵੀ ਆਉਂਦੇ ਆ, ਠੀਕ ਆ। ਜਿਹੜਾ ਅਸੀਂ ਜੁਡੀਸ਼ੀਅਲ ਰਿਵਿਊ ਵੀ USA ਤੋਂ ਹੀ ਲਿਆ। ਸੰਸਦੀ ਸਿਸਟਮ ਅਸੀਂ ਕਿੱਥੋਂ ਲਿਆ, ਪਾਰਲੀਮੈਂਟਰੀ ਸਿਸਟਮ, ਸੰਸਦੀ ਸਿਸਟਮ, ਇਹ ਅਸੀਂ ਕਿੱਥੋਂ ਅਡੋਪਟ ਕੀਤਾ, ਇਹ ਕੀਤਾ ਬ੍ਰਿਟੇਨ ਤੋਂ। ਅਤੇ ਜਿਹੜੀਆਂ ਸਾਡੀਆਂ ਐਮਰਜੈਂਸੀ ਪਾਵਰ ਜਾਣੀ ਕਿ ਆਪਤਕਾਲੀਨ ਪਾਵਰਸ ਨੇ, ਓਕੇ, ਐਮਰਜੈਂਸੀ ਪਾਵਰ ਨੇ, ਉਹ ਕਿੱਥੋਂ ਲਈਆਂ ਨੇ ਸੀ, ਜਰਮਨੀ। ਜਰਮਨੀ ਦੇ ਕੌਂਸਟੀਟਿਊਸ਼ਨ ਨੂੰ ਕਿਹਾ ਜਾਂਦਾ ਬੇਈਮਾਨ ਸੰਵਿਧਾਨ ਜਾਂ ਕੌਂਸਟੀਟਿਊਸ਼ਨ। ਹੁਣ ਕੌਨਕਰੈਂਟ ਲਿਸਟਾਂ ਦਾ ਆਪਾਂ ਕੁਐਸਚਨ ਦੇ ਵਿੱਚ ਦੇਖ ਲਿਆ ਵੀ ਅਸੀਂ ਆਸਟ੍ਰੇਲੀਆ ਤੋਂ ਲਈਆਂ ਨੇ। ਤਾਂ ਹੁਣ ਜਿਹੜੇ ਯੂਨੀਅਨ ਔਰ ਸਟੇਟ ਦੇ ਰਿਲੇਸ਼ਨ ਨੇ, ਯੂਨੀਅਨ ਸਟੇਟ ਰਿਲੇਸ਼ਨ, ਇਹ ਅਸੀਂ ਲਏ ਨੇ ਕੈਨੇਡਾ ਤੋਂ, ਓਕੇ। ਅਤੇ ਜਿਹੜੀ ਕੈਬੀਨੇਟ ਗਵਰਨਮੈਂਟ ਆ, ਇਹ ਵੀ ਲਈ ਅਸੀਂ ਬ੍ਰਿਟਿਸ਼ ਕੌਂਸਟੀਟਿਊਸ਼ਨ ਤੋਂ। ਅਤੇ ਬ੍ਰਿਟਿਸ਼ ਦਾ ਕੌਂਸਟੀਟਿਊਸ਼ਨ ਆ ਇਹ ਅਨਰਿਟਨ ਆ। ਭਾਰਤੀ ਸੰਵਿਧਾਨ ਆਪਣਾ ਸਭ ਤੋਂ ਲੌਂਗੈਸਟ ਆ, 12 ਸ਼ਡਿਊਲ, 395 ਆਰਟੀਕਲ, 22 ਪਾਰਟਸ। ਇਹ ਮਤਲਬ ਉਦੋਂ ਦਾ ਦੱਸਦੇ ਹਾਂ ਜਦੋਂ ਇਹ ਚੀਜ਼ ਬਣੀ ਹੁੰਦੀ ਆ। ਬਾਕੀ ਆਇਰਲੈਂਡ ਦੀ ਗੱਲ ਕਰੀ ਸੀ ਆਪਾਂ ਪਹਿਲਾਂ, ਆਇਰਲੈਂਡ ਦੇ ਵਿੱਚੋਂ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਲਈਆਂ ਨੇ। ਇੱਕ ਹੋਰ ਆਪਣੀ ਇੰਪੋਰਟੈਂਟ ਚੀਜ਼ ਆ, ਜਿਹੜਾ ਆਪਾਂ ਰਾਜ ਸਭਾ ਦੇ ਵਿੱਚ ਰੀਪ੍ਰਜੈਂਟੇਸ਼ਨ ਕਰਦੇ ਹਾਂ ਟੈਲੈਂਟ ਜਾਂ ਫਿਰ ਕੁਆਲੀਫਿਕੇਸ਼ਨ ਐਕਸਪੀਰੀਅੰਸ ਦੇ ਬੇਸ 'ਤੇ, ਤਾਂ ਉਹ ਚੀਜ਼ ਵੀ ਅਸੀਂ ਆਇਰਲੈਂਡ ਤੋਂ ਅਡੋਪਟ ਕੀਤੀ ਹੋਈ ਆ। ਡਨ। ਔਰ ਜਿਹੜਾ ਪ੍ਰੈਜ਼ੀਡੈਂਟ ਦੇ ਲਈ ਗਵਰਨਰ ਬਿੱਲ ਕੰਸੀਡਰ ਕਰਕੇ ਰੱਖਦੇ ਨੇ, ਰਿਜ਼ਰਵ ਕਰਕੇ ਰੱਖਦੇ ਨੇ, ਉਹ ਵੀ ਅਸੀਂ ਕਿੱਥੋਂ ਲਿਆ ਗਾ, ਕੈਨੇਡਾ ਤੋਂ ਲਿਆ। ਇਹ ਕੈਨੇਡਾ ਦੇ ਬਾਰੇ ਫੈਕਟ ਯਾਦ ਰੱਖਣਾ। ਪ੍ਰੋਸੀਜਰ ਇਸਟੈਬਲਿਸ਼ਡ ਬਾਈ ਲਾਅ ਅਸੀਂ ਜਾਪਾਨ ਤੋਂ ਲਿਆ। ਰੂਲ ਆਫ ਲਾਅ ਇੰਗਲੈਂਡ ਤੋਂ ਲਿਆ। ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਨੇ, ਫੰਡਾਮੈਂਟਲ ਡਿਊਟੀਜ਼, ਇਹ ਅਸੀਂ ਲਈਆਂ ਨੇ ਰਸ਼ੀਆ ਤੋਂ, ਓਕੇ। ਦੇਖੋ ਸਾਨੂੰ ਅਧਿਕਾਰ ਫੰਡਾਮੈਂਟਲ ਰਾਈਟ ਅਸੀਂ USA ਤੋਂ ਲਏ ਨੇ, ਫੰਡਾਮੈਂਟਲ ਡਿਊਟੀਜ਼ ਅਸੀਂ ਕਿੱਥੋਂ ਲਈਆਂ ਨੇ, ਰਸ਼ੀਆ ਤੋਂ ਲਈਆਂ ਨੇ। ਤਾਂ ਇਹ ਕਿਹੜੀ ਅਮੈਂਡਮੈਂਟ ਨਾਲ ਐਡ ਕੀਤੀਆਂ ਗਈਆਂ ਸੀ, 42ਵੀਂ ਸੋਧ ਹੋਈ ਸੀ 1976 ਦੇ ਵਿੱਚ, ਇੰਦਰਾ ਗਾਂਧੀ ਨੇ ਕਰੀ ਸੀ। ਇਹਨੂੰ ਕਿਹਾ ਜਾਂਦਾ ਮਿਨੀ ਕੌਂਸਟੀਟਿਊਸ਼ਨ ਆਫ ਇੰਡੀਆ, ਕਿਉਂਕਿ ਇਹਦੇ 'ਚ ਕਾਫੀ ਜ਼ਿਆਦਾ ਆਰਟੀਕਲ ਸੀ ਜਿਹੜੇ ਉਹ ਤਬਦੀਲੀ ਕੀਤੀ ਗਈ ਸੀਗੀ, ਤਾਂ ਕਰਕੇ ਇਹਨੂੰ ਕੀ ਕਿਹਾ ਜਾਂਦਾ, ਮਿਨੀ ਕੌਂਸਟੀਟਿਊਸ਼ਨ। ਤਾਂ ਇਹਨੂੰ ਰਿਕਮੈਂਡ ਕਰਨ ਵਾਲੀ ਕਮੇਟੀ ਦਾ ਨਾਮ ਸੀਗਾ ਸਵਰਨ ਸਿੰਘ ਕਮੇਟੀ। ਤਾਂ ਇਹ ਕੁਝ ਕੁ ਫੈਕਟ ਸੀਗੇ। ਬਾਕੀ ਫੰਡਾਮੈਂਟਲ ਰਾਈਟ ਦੇ ਬਾਰੇ ਬੱਚੇ 2-4 ਫੈਕਟ ਹੋਰ ਦੇਖ ਲਓ ਤੁਸੀਂ। ਫੰਡਾਮੈਂਟਲ ਰਾਈਟ ਆਪਣੇ ਕਿਹੜੇ ਪਾਰਟ 'ਚ ਆਉਂਦੇ ਨੇ, ਪਾਰਟ 3 ਦੇ ਵਿੱਚ ਆਉਂਦੇ ਨੇ, ਔਰ ਆਰਟੀਕਲ 12 ਤੋਂ 35। ਔਰ ਜਿਹੜਾ ਆਰਟੀਕਲ 32 ਆ ਉਹਨੂੰ ਰਾਈਟ ਟੂ ਰੈਮਡੀਜ਼ ਕਿਹਾ ਜਾਂਦਾ, ਜਿਹਨੂੰ ਆਪਣੇ ਸੰਵਿਧਾਨ ਦੀ ਆਤਮਾ ਤੇ ਜਾਨ ਜਾਂ ਹਿਰਦਾ ਦਿਲ ਕਿਹਾ ਗਿਆ ਡਾਕਟਰ ਅੰਬੇਦਕਰ ਜੀ ਦੁਆਰਾ। ਇਹ ਅਸੀਂ ਕਿੱਥੋਂ ਅਡੋਪਟ ਕੀਤੇ ਨੇ, USA ਤੋਂ। ਔਰ ਇਹਨਾਂ ਦੇ ਵਿੱਚ ਸਾਨੂੰ ਰਾਈਟਸ ਹੁੰਦੇ ਆ, ਰਾਈਟ ਟੂ ਇਕੁਅਲਿਟੀ। ਇਹਦੇ 'ਚ 14 ਤੋਂ 18 ਆਰਟੀਕਲ ਨੇ ਜਿਹੜੇ ਇਹਦੇ 'ਚ ਕਵਰ ਕੀਤੇ ਜਾਂਦੇ ਆ। ਫਿਰ ਇਸ ਤੋਂ ਬਾਅਦ ਰਾਈਟ ਟੂ ਫਰੀਡਮ 19 ਤੋਂ ਲੈ ਕੇ 22 ਤੱਕ। ਦੈਨ ਰਾਈਟ ਟੂ ਅਗੇਂਸਟ ਸ਼ੋਸ਼ਣ ਲਿਖ ਦੇਣਾ, ਚਲੋ ਐਕਸਪਲੋਇਟੇਸ਼ਨ, ਇਹਨੂੰ 23 ਤੋਂ ਲੈ ਕੇ 24 ਆਰਟੀਕਲ। ਇਸ ਤੋਂ ਬਾਅਦ ਫਰੀਡਮ ਆਫ ਰਿਲੀਜਨ 25 ਤੋਂ ਲੈ ਕੇ 28 ਤੱਕ ਆਰਟੀਕਲ। ਐਂਡ ਇਸ ਤੋਂ ਬਾਅਦ ਕਲਚਰ ਐਂਡ ਐਜੂਕੇਸ਼ਨ ਰਾਈਟਸ ਨੇ ਜਿਹੜੇ ਉਹ 29 ਐਂਡ 30 ਆ। ਆਰਟੀਕਲ 31 ਵਾਲਾ ਖਤਮ ਹੋ ਗਿਆ ਸੀ। ਹੁਣ ਆਪਾਂ ਗੱਲ ਕਰਦੇ ਹਾਂ ਕੌਂਸਟੀਟਿਊਸ਼ਨ ਰੈਮਡੀਜ਼। ਇਹ ਆਰਟੀਕਲ ਆ 32।
ਜਿਹਦੇ ਨਾਲ ਅਸੀਂ ਸੁਪਰੀਮ ਕੋਰਟ ਦੇ ਵਿੱਚ ਸਿੱਧਾ ਡਾਇਰੈਕਟਲੀ ਜਾ ਸਕਦੇ ਹਾਂ ਜੇ ਸਾਡੇ ਫੰਡਾਮੈਂਟਲ ਰਾਈਟਸ ਦਾ ਹਨਨ ਹੁੰਦਾ। ਤਾਂ ਦੇਖੋ ਬੱਚੇ, ਹੁਣ ਜਿਹੜੇ ਇੰਪੋਰਟੈਂਟ ਸੋਰਸ ਸੀਗੇ, ਆਪਾਂ ਕਿਹੜੇ ਸੰਵਿਧਾਨ ਦੇ ਵਿੱਚ ਕਿੱਥੋਂ ਕਿਹੜੀ ਚੀਜ਼ ਅਡੋਪਟ ਕੀਤੀ ਆ ਉਹ ਤੁਹਾਨੂੰ ਕਲੀਅਰ ਹੋ ਗਈ ਹੋਊਗੀ। ਆਪਾਂ ਕੌਨਕਰੈਂਟ ਲਿਸਟ ਤੋਂ ਸ਼ੁਰੂ ਕੀਤਾ ਸੀ, ਬਾਕੀ ਇਹਦੇ ਬਾਰੇ ਜਿੰਨੇ ਫੈਕਟ ਬਣੇ ਆਪਾਂ ਸਾਰੇ ਤੁਹਾਡੇ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਆ। ਬਾਕੀ ਕਹਿਣ ਤੋਂ ਭਾਵ ਮੁੱਕਦੀ ਗੱਲ ਇਹ ਆ ਵੀ ਜਿਹੜਾ ਫੈਡਰਲ ਸਿਸਟਮ ਆਪਣਾ, ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਫੈਡਰਲ ਦਾ ਮਤਲਬ ਦੱਸਿਆ ਸੀ ਵੀ ਕਿਵੇਂ ਹੁੰਦਾ, ਜਿੱਥੇ ਸਟੇਟ ਔਰ ਸੈਂਟਰ ਇੱਕ ਦੂਜੇ ਤੋਂ ਅਲੱਗ-ਅਲੱਗ ਹੋ ਕੇ ਜਾਣੀ ਕਿ ਸੁਤੰਤਰ ਹੋ ਕੇ ਕੰਮ ਕਰਦੇ ਆ, ਉਹਨੂੰ ਕਿਹਾ ਜਾਂਦਾ ਫੈਡਰਲ ਸਿਸਟਮ। ਪਰ ਸਾਡੇ ਸੰਵਿਧਾਨ ਦੇ ਵਿੱਚ ਫੈਡਰਲ ਸ਼ਬਦ ਦੀ ਜਗ੍ਹਾ 'ਤੇ ਯੂਨੀਅਨ ਸ਼ਬਦ ਵਰਤਿਆ ਗਿਆ ਤਾਂ ਜੋ ਸਟੇਟ ਆ ਜਿਹੜੀ ਉਹ ਉਹਦੇ ਤੋਂ ਵੱਖ ਨਹੀਂ ਹੋ ਸਕਦੀ, ਠੀਕ ਆ। ਬਾਕੀ ਅਸੀਂ ਜੁਡੀਸ਼ੀਅਲ ਰਿਵਿਊ ਲਿਆ ਜਿਹੜਾ, ਉਹ ਵੀ USA ਤੋਂ ਲਿਆ। USA ਦੇ ਵਿੱਚ ਇੱਕ 1803 ਦੇ ਵਿੱਚ ਕੇਸ ਹੋਇਆ ਸੀਗਾ ਮਰਬਰਗ ਵਰਸਸ ਮੈਡੀਸਨ। ਉਦੋਂ ਉਹਨਾਂ ਦੇ ਜੱਜ ਸੀਗੇ ਜੌਹਨ ਮਾਰਸ਼ਲ, ਤਾਂ ਉਦੋਂ ਇਹ ਵਾਲੀ ਚੀਜ਼ ਉੱਥੇ ਵੀ ਪ੍ਰਚਲਿਤ ਹੋਈ ਸੀ। ਦੈਨ ਅਸੀਂ ਇਹ ਉੱਥੋਂ ਅਡੋਪਟ ਕੀਤਾ ਹੋਇਆ। ਅਤੇ ਜਿਹੜਾ ਪ੍ਰੈਂਬਲ ਆ ਉਹ ਅਸੀਂ USA ਤੋਂ ਲਿਆ ਔਰ ਉਹਦੀ ਭਾਸ਼ਾ ਆਸਟ੍ਰੇਲੀਅਨ ਆ। ਇਹ ਆਪਾਂ ਕੱਲ੍ਹ ਦੇ ਸੈਸ਼ਨ ਦੇ ਵਿੱਚ ਇੰਨੀ ਚੀਜ਼ ਡਿਸਕਸ ਕਰ ਚੁੱਕੇ ਹਾਂ। ਹੁਣ ਆਪਾਂ 5ਵੇਂ ਕੁਐਸਚਨ ਤੋਂ ਸਟਾਰਟ ਕਰਦੇ ਹਾਂ। ਦੇਖੋ ਇਹਦੇ 'ਚ ਹੁਣ ਐਵੇਂ ਦੇ ਸਟੇਟਮੈਂਟ ਵਾਲੇ ਕੁਐਸਚਨ ਬਣਦੇ ਆ ਜ਼ਿਆਦਾਤਰ, ਜਿਹੜੇ ਸਟੇਟ ਐਗਜ਼ਾਮ ਹੁੰਦੇ ਆ, ਜੇ ਕਿਸੇ ਵੀ ਸਟੇਟ ਦਾ ਐਗਜ਼ਾਮ ਹੋਵੇ ਜਾਂ ਫਿਰ A-B ਗਰੁੱਪ ਦਾ ਐਗਜ਼ਾਮ ਹੋਵੇ UPSC ਦਾ। ਹੁਣ ਇਹਦੇ 'ਚ ਸਟੇਟਮੈਂਟ ਹੁੰਦੀਆਂ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਤਾਂ ਇਹਨਾਂ ਦੇ ਵਿੱਚੋਂ ਤੁਹਾਨੂੰ 3 ਸਟੇਟਮੈਂਟ ਨੇ। ਇਸ ਤੋਂ ਬਾਅਦ ਤੁਸੀਂ ਕੀ ਦੇਖਣਾ, ਪਹਿਲਾਂ ਤਾਂ ਸਟੇਟਮੈਂਟ ਪੜ੍ਹਨੀਆਂ ਨਹੀਂ, ਪਹਿਲਾਂ ਤੁਸੀਂ ਇੱਥੋਂ ਜਾਣਾ ਵੀ ਉਹ ਕਰੈਕਟ ਪੁੱਛਦੇ ਆ, ਇਨਕਰੈਕਟ ਪੁੱਛਦੇ ਆ, ਜਾਂ ਫਿਰ ਇਹਦੇ 'ਚੋਂ ਕੀ ਪੁੱਛਦੇ ਆ। ਤਾਂ ਪਹਿਲਾਂ ਤੁਸੀਂ ਇੱਥੋਂ ਹਿੱਟ ਕਰਨਾ, ਕਰੈਕਟ ਪੁੱਛਿਆ ਉਹਨਾਂ ਨੇ। ਦ ਕੌਨਸਟੀਟਿਊਸ਼ਨ ਆਫ ਇੰਡੀਆ ਹੈਜ਼ 20 ਪਾਰਟਸ। ਮੈਂ ਤੁਹਾਨੂੰ ਹੁਣੇ ਪਹਿਲਾਂ ਤੁਸੀਂ ਵੀਡੀਓ ਨੂੰ ਬੈਕ ਕਰਕੇ ਦੇਖ ਸਕਦੇ ਹੋ। ਮੈਂ ਤੁਹਾਨੂੰ ਦੱਸਿਆ ਵੀ ਸੰਵਿਧਾਨ ਦੇ ਵਿੱਚ ਕਿੰਨੇ ਪਾਰਟ ਸੀਗੇ। ਸੰਵਿਧਾਨ ਦੇ ਵਿੱਚ ਸੀ 22 ਪਾਰਟ। ਤਾਂ ਓਰੀਜਨਲ ਸੰਵਿਧਾਨ ਦੇ ਵਿੱਚ ਪੁੱਛਿਆ ਜਾਂਦਾ। ਦੈਨ ਪਹਿਲੀ ਸਟੇਟਮੈਂਟ ਗਲਤ ਹੋ ਗਈ, ਤਾਂ ਪਹਿਲੀ ਸਟੇਟਮੈਂਟ ਇਹਦੇ 'ਚ ਆ, ਇਹ ਵੀ ਕਰੈਕਟ ਨਹੀਂ ਹੋ ਸਕਦਾ, ਇਹਦੇ 'ਚ ਆ, ਇਹ ਵੀ ਨਹੀਂ ਕਰੈਕਟ ਹੋ ਸਕਦਾ। ਤਾਂ ਹੁਣ ਬੱਚੇ ਆਪਣੇ ਕੋਲੇ 2, ਸਾਨੂੰ ਪਤਾ ਲੱਗ ਗਿਆ ਵੀ ਜੇ ਦੂਜਾ ਸਹੀ ਹੈ ਤਾਂ ਤੀਜਾ ਨਹੀਂ ਸਹੀ, ਜੇ ਤੀਜਾ ਸਹੀ ਹੈ ਤਾਂ ਦੂਜਾ ਨਹੀਂ ਸਹੀ। ਦੇਅਰ ਆਰ 390 ਆਰਟੀਕਲ। ਕੀ ਇਹ ਕਹਿੰਦੇ ਆ ਵੀ ਉਹ ਸੰਵਿਧਾਨ ਦੇ ਵਿੱਚ, ਸੌਰੀ ਬੱਚੇ ਇੱਥੇ ਦੇਅਰ ਆਰ 390 ਆਰਟੀਕਲ ਇਨ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਇਨ ਆਲ। ਨਹੀਂ, ਇਹ ਪੁਆਇੰਟ ਵੀ ਗਲਤ ਹੋ ਗਿਆ। ਤਾਂ ਦੇਖੋ ਜੇ ਸਾਡਾ ਪਹਿਲਾ ਵੀ ਸਹੀ ਹੁੰਦਾ ਤਾਂ ਦੂਜਾ ਇਹਦੇ 'ਚ ਸੀ, ਇਹ ਵੀ ਕੱਟਿਆ ਜਾਂਦਾ, ਦੂਜਾ ਇਹਦੇ 'ਚੋਂ ਕੱਟਿਆ ਜਾਂਦਾ, ਇਹਦੇ 'ਚ ਦੂਜਾ ਕੱਟਿਆ ਜਾਂਦਾ। ਜੇ ਆਪਾਂ ਇਕੱਲੀ ਇੱਕ ਦੂਸਰੀ ਸਟੇਟਮੈਂਟ ਵੀ ਦੇਖ ਲੈਂਦੇ ਤਾਂ ਦੂਸਰੀ ਸਟੇਟਮੈਂਟ ਵੀ ਆਪਣੀਆਂ 3 ਆਪਸ਼ਨਾਂ ਐਲੀਮੀਨੇਟ ਕਰ ਦਿੰਦੀ। ਹੁਣ ਆਪਸ਼ਨ ਬਚੀ ਇੱਕ, ਤਾਂ ਹੁਣ ਇਹਨੂੰ ਤੁਸੀਂ ਚੈੱਕ ਕਰਨ ਦੀ ਵੀ ਲੋੜ ਨਹੀਂ ਤੁਹਾਡੇ ਕੋਲ। 9, 10th, 11th, 12th ਸ਼ਡਿਊਲ ਵਰ ਐਡਡ, ਕਿਉਂਕਿ ਆਪਾਂ ਦੇਖਿਆ ਵੀ 8 ਸ਼ਡਿਊਲ ਸੀਗੇ ਸੰਵਿਧਾਨ ਦੇ ਵਿੱਚ, ਠੀਕ ਆ। ਤਾਂ ਇਹ ਵਾਲੇ ਸ਼ਡਿਊਲ ਜਿਹੜੇ ਆਪਾਂ 73ਵੀਂ 74ਵੀਂ ਅਮੈਂਡਮੈਂਟ ਕਰਕੇ ਇਸ ਤੋਂ ਬਾਅਦ ਦੇ ਵਿੱਚ ਐਡ ਕੀਤੇ ਆ, ਜਿਹੜੇ ਆਪਾਂ ਮੈਂ ਤੁਹਾਨੂੰ ਇਹ ਕਰਵਾਏ ਵੀ ਸੀ ਵੀ ਇੱਕ ਦੇ ਵਿੱਚ ਪੰਚਾਇਤ ਆ, ਇੱਕ ਦੇ ਵਿੱਚ ਮਿਊਨਿਸਪੈਲਿਟੀ ਆ, ਕੋਆਪਰੇਟਿਵ ਸੁਸਾਇਟੀ ਆ, ਐਂਟੀ ਡਿਫੈਕਸ਼ਨ ਲਾਅ ਆ, ਇਹ ਸਾਰੇ ਇਹਨਾਂ ਦੇ ਵਿੱਚ ਆਪਾਂ ਬਾਅਦ ਦੇ ਵਿੱਚ ਐਡ ਕੀਤੇ ਹੋਏ ਨੇ। ਸੋ ਇਹਦੀ ਕਰੈਕਟ ਆਪਸ਼ਨ ਕੀ ਆ, C। ਕਲੀਅਰ ਆ ਬੱਚੇ, ਇਹ ਕੁਐਸਚਨ ਦੀ ਐਕਸਪਲੇਨੇਸ਼ਨ ਆਪਾਂ ਕਾਫੀ ਵਾਰੀ ਕਰ ਚੁੱਕੇ ਹਾਂ। ਇਹਦਾ ਕਰੈਕਟ ਆਨਸਰ ਆ C। ਤਾਂ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ। ਇਹ ਵੀ ਸਟੇਟਮੈਂਟ ਵਾਲਾ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟ। ਕਰਨਾ ਕੀ ਆ, ਉਸੇ ਤਰ੍ਹਾਂ ਆਪਾਂ ਦੇਖਾਂਗੇ ਵੀ ਇਹਦੇ 'ਚੋਂ ਕੀ ਪੁੱਛਿਆ ਇਹਨਾਂ ਨੇ, ਪੁੱਛਿਆ ਫਿਰ ਕਰੈਕਟ ਪੁੱਛੀ ਇਹਨਾਂ ਨੇ ਆਪਾਂ ਨੂੰ, ਠੀਕ ਆ। ਤਾਂ ਹੁਣ ਇਹਦੇ 'ਚੋਂ ਕੀ ਕਹਿੰਦੇ ਆ ਇਹ ਦੇਖੋ, ਆਪਾਂ ਦੋਨੇ ਸਟੇਟਮੈਂਟਾਂ ਪਹਿਲਾਂ ਪਹਿਲੀ ਨੂੰ ਪੜ੍ਹਦੇ ਹਾਂ। ਦ ਪਾਰਲੀਮੈਂਟ ਆਫ ਇੰਡੀਆ ਕੈਨ ਪਲੇਸ ਅ ਪਾਰਟੀਕੂਲਰ ਲਾਅ ਇਨ ਦਾ 9th ਸ਼ਡਿਊਲ ਆਫ ਦ ਕੌਨਸਟੀਟਿਊਸ਼ਨ ਆਫ ਇੰਡੀਆ, ਠੀਕ ਆ। ਵੀ ਪਾਰਲੀਮੈਂਟ ਆ ਜਿਹੜੀ ਉਹ ਕਿਸੇ ਵੀ ਲਾਅ ਨੂੰ 9th ਸ਼ਡਿਊਲ ਦੇ ਵਿੱਚ ਪਾ ਸਕਦੀ ਆ। ਦੂਸਰਾ, ਦ ਵੈਲਿਡਿਟੀ ਆਫ ਲਾਅ ਪਲੇਸਡ ਇਨ ਦਾ 9th ਸ਼ਡਿਊਲ ਕੈਨ ਨਾਟ ਬੀ ਐਗਜ਼ਾਮਿਨਡ ਬਾਏ ਐਨੀ ਕੋਰਟ ਐਂਡ ਨੋ ਜਜਮੈਂਟ ਕੈਨ ਬੀ ਮੇਡ ਔਨ ਇਟ। ਦੂਸਰੀ ਸਟੇਟਮੈਂਟ ਕੀ ਕਹਿੰਦੀ ਹੈ, ਪਹਿਲੀ ਨੂੰ ਛੱਡੋ ਤੁਸੀਂ, ਪਹਿਲਾਂ ਦੂਸਰੀ ਨੂੰ ਚੈੱਕ ਕਰਦੇ ਹਾਂ ਆਪਾਂ। ਦ ਵੈਲਿਡਿਟੀ ਆਫ ਲਾਅ ਪਲੇਸਡ ਇਨ ਦਾ 9th ਸ਼ਡਿਊਲ ਕੈਨ ਨਾਟ ਬੀ ਐਗਜ਼ਾਮਿਨਡ ਬਾਏ ਐਨੀ ਕੋਰਟ ਐਂਡ ਨੋ ਜਜਮੈਂਟ ਕੈਨ ਬੀ ਮੇਡ ਔਨ ਇਟ। ਮਤਲਬ ਜਿਹੜਾ 9th ਸ਼ਡਿਊਲ ਦੇ ਵਿੱਚ ਕਾਨੂੰਨ ਆ ਗਿਆ, ਠੀਕ ਆ, ਤਾਂ ਉਹਦੇ ਬਾਰੇ ਨਾ ਤਾਂ ਕੋਈ ਕੋਰਟ ਉਹਨੂੰ ਐਗਜ਼ਾਮਿਨ ਕਰ ਸਕਦੀ ਆ, ਨਾ ਹੀ ਉਹਦੇ 'ਤੇ ਕੋਈ ਜੱਜਮੈਂਟ ਦੇ ਸਕਦੀ ਆ। ਇਹ ਸਰਾਸਰ ਗਲਤ ਆ ਸਟੇਟਮੈਂਟ, ਠੀਕ ਆ। ਇਹਨਾਂ ਨੇ ਕਰੈਕਟ ਪੁੱਛੀ ਆ, ਤਾਂ ਜਿਹੜੀ B ਆਪਸ਼ਨ ਆ ਉਹ ਤਾਂ ਗਲਤ ਹੋ ਗਈ, ਠੀਕ ਆ, ਕਿਉਂਕਿ ਇਹ 'ਚ ਓਨਲੀ 2 ਆ ਅਤੇ ਇਹਦੇ 'ਚ ਵੀ 2 ਆ ਗਿਆ। ਹੁਣ ਬਚੀਆਂ ਆਪਣੇ ਕੋਲੇ ਪਹਿਲੀ A ਆਪਸ਼ਨ ਐਂਡ D ਆਪਸ਼ਨ। ਤਾਂ ਹੁਣ ਇਹਨਾਂ ਦੇ ਵਿੱਚੋਂ ਆਪਾਂ ਦੇਖਦੇ ਹਾਂ, ਜਿਹੜਾ 9th ਸ਼ਡਿਊਲ ਆ ਇਹਦੇ 'ਚ ਇਹ ਹੋਇਆ ਸੀਗੀ, ਫਸਟ ਇੱਕ ਅਮੈਂਡਮੈਂਟ ਹੋਈ ਸੀ, ਠੀਕ ਆ। ਫਸਟ ਅਮੈਂਡਮੈਂਟ ਹੋਈ 1951 ਦੇ ਵਿੱਚ। ਤਾਂ ਉਦੋਂ ਉਹਨਾਂ ਨੇ ਕਿਹਾ ਵੀ ਜਿਹੜਾ ਕਾਨੂੰਨ ਜਾਂ ਕੋਈ ਵੀ ਚੀਜ਼ 9ਵੇਂ ਸ਼ਡਿਊਲ ਦੇ ਵਿੱਚ ਪਾਤੀ, ਜਦੋਂ ਪਹਿਲੀ ਅਮੈਂਡਮੈਂਟ ਹੋਈ ਸੰਵਿਧਾਨ ਦੇ ਵਿੱਚ, ਬਿਲਕੁਲ ਫਸਟ CAA ਹੋਈ 1951 ਦੇ ਵਿੱਚ। ਉਦੋਂ ਉਹਨਾਂ ਨੇ ਕਿਹਾ ਵੀ ਜਿਹੜਾ 9ਵਾਂ ਸ਼ਡਿਊਲ ਆ ਨਾ, 9ਵੇਂ ਸ਼ਡਿਊਲ ਦੇ ਵਿੱਚ ਜਿਹੜੀ ਚੀਜ਼ ਵੀ ਪਾਤੀ ਉਹਨੂੰ ਮੁੜ ਕੇ ਛੇੜਨਾ ਨਹੀਂ ਹੈਗਾ। ਤਾਂ ਸੁਪਰੀਮ ਕੋਰਟ ਪਹਿਲਾਂ ਤਾਂ ਕਾਫੀ ਟਾਈਮ ਤੱਕ ਚੁੱਪ ਰਿਹਾ ਵੀ ਜਿਹੜਾ ਸਰਕਾਰ ਨੂੰ ਲੱਗਦਾ ਸੀਗਾ, ਕਿਉਂਕਿ ਉਦੋਂ ਰਾਈਟ ਟੂ ਪ੍ਰੋਪਰਟੀ ਪਹਿਲਾਂ ਫੰਡਾਮੈਂਟਲ ਰਾਈਟ ਸੀ, ਤਾਂ ਇਸੇ ਨੂੰ ਖਤਮ ਕਰਨ ਦੇ ਕਰਕੇ ਫਿਰ ਇਸ ਤੋਂ ਬਾਅਦ ਇਹਨਾਂ ਨੇ ਅਮੈਂਡਮੈਂਟ ਕੀਤੀ ਵੀ ਨਹੀਂ, ਇਹ ਰਾਈਟ ਟੂ ਪ੍ਰੋਪਰਟੀ ਵਾਲਾ ਤਾਂ ਕੰਮ ਗਲਤ ਹੋ ਗਿਆ। ਤਾਂ ਆਪਾਂ ਦੇਖਿਆ ਵੀ ਸਰਕਾਰ ਜਦੋਂ ਕੰਮ ਕਰਦੀ ਸੀ, ਕੋਈ ਵੀ ਉਹਨੇ ਸੜਕਾਂ ਬਣਾਉਣੀਆਂ ਸੀ, ਕੋਈ ਫੈਕਟਰੀਆਂ ਬਣਾਉਣੀਆਂ ਜਾਂ ਕੁਛ ਵੀ ਬਣਾਉਣਾ, ਤਾਂ
ਉਹ ਆਪਦੀ ਜ਼ਮੀਨ ਨਹੀਂ ਵੇਚਣਾ ਚਾਹੁੰਦੇ ਸੀ, ਕਿਸੇ ਨੂੰ ਰੇਟ ਘੱਟ ਮਿਲਦਾ ਸੀ ਜਾਂ ਜ਼ਿਆਦਾ ਮਿਲਦਾ ਸੀ, ਉਹ ਟਾਈਮ ਦੀ ਗੱਲ ਆ, ਇੰਨੀ ਡੈਫਥ 'ਚ ਆਪਾਂ ਨਹੀਂ ਜਾਣਾ, ਬਟ ਤੁਹਾਨੂੰ ਇੱਕ ਓਵਰਵਿਊ ਜਿਹਾ ਦੇ ਰਿਹਾ ਮੈਂ। ਤਾਂ ਉਦੋਂ ਉਹਨਾਂ ਦੇ ਉੱਤੇ ਰੌਲਾ ਪੈ ਰਿਹਾ ਸੀ, ਤਾਂ ਉਹ ਕਹਿੰਦੇ ਵੀ ਸਾਡਾ ਇਹ ਫੰਡਾਮੈਂਟਲ ਰਾਈਟ ਆ, ਸਾਨੂੰ ਸੰਵਿਧਾਨ ਨੇ ਦਿੱਤਾ 7 ਫੰਡਾਮੈਂਟਲ ਰਾਈਟ ਦਿੱਤੇ ਆ, ਉਹਨਾਂ ਦੇ ਵਿੱਚੋਂ ਇੱਕ ਸਾਡਾ ਰਾਈਟ ਟੂ ਪ੍ਰੋਪਰਟੀ ਯਾਨੀ ਕਿ ਸੰਪੱਤੀ ਦਾ ਅਧਿਕਾਰ ਵੀ ਸਾਡਾ ਮੁੱਢਲਾ ਅਧਿਕਾਰ ਆ। ਤਾਂ ਫਿਰ ਸਰਕਾਰ ਨੇ ਕਿਹਾ ਵੀ ਇਹ ਤਾਂ ਕੰਮ ਉਲਟ ਹੋ ਗਿਆ। ਤਾਂ ਇਸ ਤੋਂ ਬਾਅਦ ਸਰਕਾਰ ਨੇ ਫਿਰ ਕੀ ਕੀਤੀ, ਪਹਿਲੀ ਅਮੈਂਡਮੈਂਟ ਕੀਤੀ ਔਰ 9ਵਾਂ ਸ਼ਡਿਊਲ ਰੱਖਿਆ। ਤਾਂ 9ਵੇਂ ਸ਼ਡਿਊਲ ਦੇ ਵਿੱਚ ਇਹਨਾਂ ਨੇ ਕੀ ਕਿਹਾ ਵੀ ਜਿਹੜੀ ਵੀ ਕੋਈ ਚੀਜ਼ ਚੱਕ ਕੇ ਅਸੀਂ 9ਵੇਂ ਸ਼ਡਿਊਲ ਦੇ ਵਿੱਚ ਪਾਤੀ, ਚਾਹੇ ਫੰਡਾਮੈਂਟਲ ਰਾਈਟ ਆ ਚਾਹੇ ਕੁਛ ਵੀ ਆ, ਕਿਸੇ ਵੀ ਚੀਜ਼ 'ਤੇ ਉਹਨੂੰ ਚੈਲੰਜ ਕੋਰਟ ਦੇ ਵਿੱਚ ਨਹੀਂ ਕੀਤਾ ਜਾ ਸਕਦਾ। ਤਾਂ ਫਿਰ ਸਰਕਾਰ ਨੇ ਆਪਦਾ ਦੂਜਾ ਤਰੀਕਾ ਅਪਣਾ ਲਿਆ। ਤਾਂ ਕਰਕੇ ਕਿਹਾ ਜਾਂਦਾ ਵੀ ਜਿਹੜਾ 9th ਸ਼ਡਿਊਲ ਸੀਗਾ ਇਹ, ਤਾਂ ਜਿਹੜਾ ਕਾਨੂੰਨ ਇਹਦੇ 'ਚ ਪੈ ਗਿਆ ਮੁੜ ਕੇ ਉਹਨੂੰ ਛੇੜਿਆ ਨਹੀਂ ਜਾ ਸਕਦਾ। ਪਰ ਇੰਨਾ ਆਪਾਂ ਹੁਣ ਇਹਨੂੰ ਡੈਫਥ ਦੇ ਵਿੱਚ ਨਹੀਂ ਕਰ ਰਹੇ। ਤਾਂ ਦੇਖੋ 2007 ਦੇ ਵਿੱਚ ਆ ਕੇ ਟਰਨਿੰਗ ਪੁਆਇੰਟ ਆਉਂਦਾ। ਤਾਂ ਸੁਪਰੀਮ ਕੋਰਟ ਨੇ ਕਹਿਤਾ ਵੀ April 24, ਹੁਣ April 24 ਤੁਹਾਨੂੰ ਪਤਾ ਹੋਣਾ ਚਾਹੀਦਾ, ਮੈਂ ਤੁਹਾਨੂੰ ਇਹ ਡੇ ਬਾਰੇ ਇੱਕ ਸਪੈਸ਼ਲ ਵੀਡੀਓ ਬਣਾਈ ਵੀ ਹੋਈ ਆ। ਤਾਂ April 24 1973 ਤੋਂ ਬਾਅਦ ਜਿਹੜਾ ਵੀ ਕੁਛ 9ਵੇਂ ਸ਼ਡਿਊਲ ਦੇ ਵਿੱਚ ਆਇਆ ਉਹ ਸਾਰਾ ਜੁਡੀਸ਼ੀਅਲ ਰਿਵਿਊ ਦੇ ਵਿੱਚ ਆਉਂਦਾ। ਬਸ ਨਵੇੜੀ ਗੱਲ। 2007 ਦੇ ਵਿੱਚ ਸੁਪਰੀਮ ਕੋਰਟ ਨੇ ਆ ਕੇ ਜੱਜਮੈਂਟ ਦਿੱਤਾ ਵੀ April 24 1973 ਤੋਂ ਬਾਅਦ, ਠੀਕ ਆ, ਜਿਹੜੀ ਵੀ ਚੀਜ਼ ਇਹਦੇ ਬਾਰੇ ਆਉਂਦੀ ਆ, ਇਹਦੇ ਵਿੱਚ ਪਾਈ ਗਈ ਆ, ਪਹਿਲਾਂ ਉਹ ਜੱਜਮੈਂਟ ਦੇ ਵਿੱਚ ਸਾਡੇ ਜੁਡੀਸ਼ੀਅਲ ਰਿਵਿਊ ਦੇ ਵਿੱਚ ਨਹੀਂ ਆਉਂਦੀ ਸੀ। ਤਾਂ ਇਸ ਤੋਂ ਬਾਅਦ ਇਹਨੇ ਸੁਪਰੀਮ ਕੋਰਟ ਨੇ ਕਹਿਤਾ ਵੀ ਹੁਣ ਜਿਹੜੀ ਵੀ ਚੀਜ਼ ਤੁਸੀਂ 9ਵੇਂ ਸ਼ਡਿਊਲ ਦੇ ਵਿੱਚ ਪਾਓਗੇ, ਇਹ ਨਹੀਂ ਹੈਗਾ ਵੀ ਤੁਹਾਡੀ ਮਨਮਰਜ਼ੀ ਚੱਲਣੀ ਆ, ਵੀ ਜੁਡੀਸ਼ੀਅਲ ਰਿਵਿਊ ਤੋਂ ਉਹ ਚੀਜ਼ ਨੂੰ ਤੁਸੀਂ ਬਾਹਰ ਕਰ ਦੋਗੇ, ਠੀਕ ਆ। ਤਾਂ ਦੂਸਰਾ ਪੁਆਇੰਟ ਗਲਤ ਆ। ਦਾ ਪਾਰਲੀਮੈਂਟ ਆਫ ਇੰਡੀਆ ਕੈਨ ਪਲੇਸ ਅ ਪਾਰਟੀਕੂਲਰ ਲਾਅ ਇਨ ਦਾ 9th ਸ਼ਡਿਊਲ ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ, ਪਾ ਸਕਦੀ, ਇਹ ਠੀਕ ਆ। ਤਾਂ ਇਹਦੀ ਕਰੈਕਟ ਆਪਸ਼ਨ ਕੀ ਆ, ਇਹ ਕਰੈਕਟ ਆਨਸਰ ਹੈ ਇਹਦਾ। ਆਹ ਵਾਲੀ ਆਪਸ਼ਨ ਕਰੈਕਟ ਆ, ਆਹ ਵਾਲੀ ਆਪਸ਼ਨ ਗਲਤ ਆ। ਹੁਣ ਤੁਹਾਨੂੰ 9th ਸ਼ਡਿਊਲ ਵੀ ਪਤਾ ਲੱਗ ਗਿਆ, ਇਹਦੇ ਪਿੱਛੇ ਕੀ ਕਹਾਣੀ ਆ ਇਹ ਵੀ ਤੁਹਾਨੂੰ ਪਤਾ ਲੱਗ ਗਈ, ਪਹਿਲੀ ਅਮੈਂਡਮੈਂਟ ਕਾਹਤੋਂ ਹੋਈ ਸੀ, ਠੀਕ ਆ। ਤਾਂ ਇਹ ਵੀ ਤੁਹਾਨੂੰ ਪਤਾ ਲੱਗ ਗਈ। ਅਗਲਾ ਕੁਐਸਚਨ ਆਪਾਂ ਦੇਖਦੇ ਹਾਂ। ਦੇਖੋ 4th ਸ਼ਡਿਊਲ ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ ਡੀਲਸ ਵਿਦ, ਮੈਂ ਤੁਹਾਨੂੰ ਕੱਲ੍ਹ ਸ਼ਡਿਊਲ ਕਰਵਾਏ ਸੀਗੇ, ਤਾਂ ਇਹਨਾਂ ਸ਼ਡਿਊਲਸ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹੜਾ ਪਹਿਲਾ ਸ਼ਡਿਊਲ ਆ, ਠੀਕ ਆ, ਜਿਹੜਾ ਜਮਾ ਫਸਟ ਸ਼ਡਿਊਲ ਆ, ਉਹਦੇ 'ਚ ਲਿਸਟ ਆ ਸਟੇਟ ਜਾਂ ਯੂਟੀ ਟੈਰੀਟਰੀ ਇਹਨਾਂ ਦੇ ਬਾਰੇ। ਜਿਹੜਾ ਸੈਕੰਡ ਸ਼ਡਿਊਲ ਆ ਉਹਦੇ 'ਚ ਸੈਲਰੀਆਂ ਵਗੈਰਾ ਨੇ, ਸੈਲਰੀ ਐਂਡ ਅਲਾਉੈਂਸ ਆ। ਜਿਹੜਾ ਤੀਸਰਾ ਇਹਦੇ 'ਚ ਓਥਸ ਨੇ। ਜਿਹੜਾ ਚੌਥਾ ਹੈਗਾ ਇਹਦੇ 'ਚ ਰਾਜ ਸਭਾ ਦੀਆਂ ਸੀਟਾਂ ਦਾ ਵਿਤਰਣ ਆ। ਹੁਣ ਇਹਦੇ 'ਚ ਦੇਖੋ ਰਾਜ ਸਭਾ ਦੇ ਬਾਰੇ ਕਿਤੇ ਗੱਲ ਹੋਈ ਆ, ਲੈਂਗੁਏਜ ਨਹੀਂ ਹੈਗੀ, ਪੰਚਾਇਤ ਸਿਸਟਮ ਨਹੀਂ ਹੈਗੀ, ਪੋਲੀਟੀਕਲ ਡਿਫੈਕਸ਼ਨ ਨਹੀਂ ਹੈਗੀ, ਐਲੋਕੇਸ਼ਨ ਆਫ ਸੀਟਸ ਫॉर ਦਾ ਕਾਉਂਸਲ ਆਫ ਸਟੇਟਸ। ਤਾਂ ਇਹਦੇ 'ਚ ਵੀ ਹੁੰਦਾ, ਤਾਂ ਇਹਦੇ 'ਚ ਹੀ ਆ ਜਾਂਦਾ ਕਾਉਂਸਲ ਆਫ ਸਟੇਟਸ ਦੇ ਵਿੱਚ। ਤਾਂ ਇਹਦੀ ਕਰੈਕਟ ਆਪਸ਼ਨ ਕੀ ਆ, ਏ। ਤਾਂ ਹੁਣ ਜਿਹੜਾ ਚੌਥਾ ਸ਼ਡਿਊਲ ਹੈ ਐਲੋਕੇਸ਼ਨ ਸੀਟਸ ਆਫ ਰਾਜ ਸਭਾ, ਤਾਂ ਤੁਸੀਂ ਕੌਂਸਲ ਦੇ ਵਿੱਚ ਵੀ ਆ, ਤਾਂ ਇਹ ਦੋਨਾਂ ਦੇ ਲਈ ਹੀ ਹੁੰਦਾ। ਤਾਂ ਇਹਨਾਂ ਦੇ ਬਾਰੇ ਮੈਂ ਤੁਹਾਨੂੰ ਕਿਹੜੇ ਮੰਤਰੀ ਆਉਂਦੇ ਆ, ਕਿੰਨਾ ਦੀ ਤਨਖਾਹ ਹੁੰਦੀ ਆ, ਕਿੰਨਾ ਦੀ ਇਹਦੇ 'ਚ ਸਹੁੰ ਹੁੰਦੀ ਆ, ਉਹ ਤੁਹਾਨੂੰ ਮੈਂ ਕੱਲ੍ਹ ਹੀ ਬੱਚੇ ਦੱਸਤਾ ਸੀ। ਬਾਕੀ ਇਸ ਤੋਂ ਬਾਅਦ ਆਪਾਂ ਹੋਰ ਅੱਗੇ ਗੱਲ ਕਰੀਏ 5ਵਾਂ ਸ਼ਡਿਊਲ। ਇਹਦੇ 'ਚ ਮੈਂ ਵੈਸੇ ਤੁਹਾਨੂੰ ਇੱਥੇ ਦੱਸਿਆ ਹੀ ਹੋਇਆ ਸੀਗਾ ਕੱਲ੍ਹ, 12 ਸ਼ਡਿਊਲ ਨੇ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ। ਵਨ ਆਫ ਦਾ ਫਸਟ ਮੈਂਸ਼ਨ ਆਫ ਸ਼ਡਿਊਲ ਵਾਜ਼ ਮੇਡ ਬਾਏ ਦਾ ਗਵਰਨਮੈਂਟ ਆਫ ਇੰਡੀਆ ਐਕਟ 1935। ਇਹਦੇ 'ਚ ਪਹਿਲਾਂ ਸ਼ਡਿਊਲ ਸੀਗੇ, ਬੇਅਰ ਇਨ ਇਨਕਲੂਡਡ 10 ਸ਼ਡਿਊਲ, ਠੀਕ ਆ। ਉਦੋਂ ਮਤਲਬ ਕਿ ਇੰਨਾ ਆਪਾਂ ਡੈਪਥ ਦੇ ਵਿੱਚ ਨਹੀਂ ਜਾਣਾ। ਅਡੋਪਟ ਕੀਤੇ 1949 ਦੇ ਵਿੱਚ, ਕੰਜਿਸਟਿੰਗ 8 ਸ਼ਡਿਊਲ, ਮਤਲਬ ਉਹਦੇ 'ਚ 10 ਸ਼ਡਿਊਲ ਸੀ। ਅਸੀਂ ਇਸ ਤੋਂ ਬਾਅਦ ਇੱਥੇ ਕਿੱਥੇ ਆ ਗਏ 8। ਟੂਡੇ ਵਿਦ ਅਮੈਂਡਮੈਂਟ ਇਨ ਇੰਡੀਅਨ ਕੌਂਸਟੀਟਿਊਸ਼ਨ, ਹੁਣ ਕਿੰਨੇ ਨੇ ਸਾਡੇ 12 ਸ਼ਡਿਊਲ ਨੇ। ਉਹ ਕੁਐਸਚਨ ਆਪਾਂ ਤਾਂ ਹੀ ਗਲਤ ਕਰਿਆ ਸੀ ਕਿਉਂਕਿ ਉਹ ਇਸ ਤੋਂ ਬਾਅਦ ਦੇ ਵਿੱਚ ਆਪਾਂ ਕਿਹਾ ਵੀ 9ਵਾਂ 10ਵਾਂ 11ਵਾਂ 12ਵਾਂ, ਵੀ ਜਿਹੜੇ ਆਹ ਵਾਲੇ ਆਪਾਂ ਹੁਣ ਕੁਐਸਚਨ ਕਰਕੇ ਹਟਿਆ ਇੱਕ, ਆਹ ਵਾਲਾ ਤੀਸਰੀ ਸਟੇਟਮੈਂਟ ਆਪਾਂ ਸਹੀ ਕਰੀਏ ਨਾ, 9ਵਾਂ 10ਵਾਂ 11ਵਾਂ 12ਵਾਂ ਸ਼ਡਿਊਲ ਅਸੀਂ ਬਾਅਦ ਦੇ ਵਿੱਚ ਐਡ ਕੀਤੇ ਆ। ਤਾਂ ਉਹੀ ਕੁਐਸਚਨ ਦਾ ਆਨਸਰ ਇਹਦੇ ਵਿੱਚ ਆਉਣਾ ਸੀਗਾ ਵੀ ਇਹ ਅਸੀਂ ਸਾਰੇ ਜਿਹੜੇ ਸ਼ਡਿਊਲ ਨੇ ਉਹਨਾਂ ਨੂੰ ਕੀ ਕੀਤਾ ਹੋਇਆ, ਅਸੀਂ ਬਾਅਦ ਦੇ ਵਿੱਚ ਐਡ ਕਰਿਆ। ਤਾਂ ਹੁਣ ਕਰੰਟਲੀ ਕਿੰਨੇ ਨੇ, 12 ਨੇ, ਪਹਿਲਾਂ 8 ਸੀਗੇ। ਔਰ ਪਹਿਲੀ ਵਾਰੀ ਇਹਨਾਂ ਦੀ ਜ਼ਿਕਰ ਕਿੱਥੇ ਹੋਇਆ ਸੀ, ਗਵਰਨਮੈਂਟ ਆਫ ਇੰਡੀਆ ਐਕਟ 1935। ਇਸੇ ਐਕਟ ਨੂੰ ਅਸੀਂ ਕਹਿੰਦੇ ਹਾਂ ਬਲੂ ਪ੍ਰਿੰਟ ਆਫ ਇੰਡੀਅਨ ਕੌਂਸਟੀਟਿਊਸ਼ਨ, ਕਿਉਂਕਿ ਤਕਰੀਬਨ 60% ਅਸੀਂ ਇਹਦੇ ਵਿੱਚੋਂ ਚੀਜ਼ ਕਵਰ ਕੀਤੀ ਹੋਈ ਆ। ਆਹ ਤੁਹਾਨੂੰ ਮੈਂ ਕੱਲ੍ਹ ਵੀ ਦਿਖਾਇਆ ਸੀ। ਤਾਂ ਬੱਚੇ ਇੱਕ ਵਾਰ ਇਹਨੂੰ ਤੁਸੀਂ ਅੱਜ ਫੇਰ ਦੇਖ ਲਿਓ, ਤਾਂ ਆਈ ਥਿੰਕ ਤੁਹਾਨੂੰ ਇਹ ਚੀਜ਼ ਯਾਦ ਹੋ ਜੂਗੀ। ਔਰ ਜਿਹੜਾ ਆਪਣਾ 5th ਸ਼ਡਿਊਲ ਆ, 5th ਸ਼ਡਿਊਲ ਨੂੰ ਯਾਦ ਰੱਖਣ ਦੇ ਲਈ ਤੁਸੀਂ ਕੀ ਕਰ ਸਕਦੇ ਹੋ, ਜਾਂ ਤਾਂ ਤੁਸੀਂ AM TM ਜਾਂ ਫਿਰ ਮਾਟਮ, ਜਿਵੇਂ ਵੀ ਤੁਹਾਨੂੰ ਆਹ 4 ਸ਼ਬਦ ਨੇ, ਆਹ 4 ਸਟੇਟ ਨੇ ਇਹਦੇ ਵਿੱਚ, ਇਹਨਾਂ ਨੂੰ ਕਿਵੇਂ ਵੀ ਯਾਦ ਕਰ ਸਕਦੇ ਹੋ ਤੁਸੀਂ, ਉਵੇਂ ਰੱਖ ਸਕਦੇ ਹੋ। ਓਕੇ, ਅਗਲਾ ਕੁਐਸਚਨ ਦੇਖਦੇ ਹਾਂ ਆਪਾਂ। ਬਾਈ ਵਿਚ ਨੇਮ ਜਾਂ ਫਿਰ ਨੇਮਸ ਇਜ਼ ਆਵਰ ਕੰਟਰੀ ਮੈਂਸ਼ਨਡ ਇਨ ਦਾ ਕੌਂਸਟੀਟਿਊਸ਼ਨ। ਆਪਣੇ ਜਦੋਂ ਆਪਾਂ ਹਿਸਟਰੀ ਕੀਤੀ ਸੀ, ਮੈਂ ਤੁਹਾਨੂੰ ਹਿਸਟਰੀ ਆਪਣੀ ਮੇਰੇ ਚੈਨਲ ਦੇ ਉੱਤੇ ਆਈ ਥਿੰਕ ਦੂਸਰੀ ਜਾਂ ਤੀਸਰੀ ਵੀਡੀਓ ਸੀ, ਮੈਂ ਉਹਦੇ ਵਿੱਚ ਤੁਹਾਨੂੰ ਪੂਰੇ ਭਾਰਤ ਦੇ ਕਿੰਨੇ ਨਾਮ ਨੇ,
ਉਹਨਾਂ ਦੇ ਪਿੱਛੇ ਵਜ੍ਹਾ ਕੀ ਆ, ਜੈਨੀ ਕਿਵੇਂ ਕਹਿੰਦੇ ਆ ਸਾਡੇ ਨੇਮ 'ਤੇ ਆ, ਹਿੰਦੂ ਕਿਵੇਂ ਕਹਿੰਦੇ ਆ, ਅਰਬੀਆਂ ਨੇ ਕਿਵੇਂ ਨਾਮ ਦਿੱਤਾ, ਇਰਾਨੀਆਂ ਨੇ, ਪਾਰਸੀ, ਮਤਲਬ ਜਿਹੜੀਆਂ ਚੀਜ਼ਾਂ ਹੋਈਆਂ ਨੇ ਮੈਂ ਤੁਹਾਨੂੰ ਉਹਦੇ 'ਚ ਸਾਰਿਆਂ ਦੇ ਬਾਰੇ ਫੈਕਟ ਦੱਸੇ ਆ ਵੀ ਆਹ ਨਾਮ ਪਏ ਨੇ ਔਰ ਗ੍ਰੰਥਾਂ ਪੁਰਾਣਾ ਵੇਦਾਂ ਦੇ ਵਿੱਚ ਆਹ ਚੀਜ਼ ਕਹੀ ਗਈ ਆ। ਹੁਣ ਇਹਦੇ 'ਚ ਕਿਹਾ ਵੀ ਆਪਣੇ ਸੰਵਿਧਾਨ ਦੇ ਵਿੱਚ, ਇੱਥੇ ਆਪਾਂ ਹਿਸਟਰੀ ਵਾਲਾ ਫੈਕਟ ਨਹੀਂ ਦੇਖ ਰਹੇ ਬੱਚੇ, ਇੱਥੇ ਆਪਾਂ ਸੰਵਿਧਾਨ ਦੀ ਗੱਲ ਕਰ ਰਹੇ ਹਾਂ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੀ ਗੱਲ ਚੱਲ ਰਹੀ ਆ ਵੀ ਸੰਵਿਧਾਨ ਦੇ ਵਿੱਚ ਇਹਨੂੰ ਕਿਹੜੇ ਨਾਮ ਨੇ ਜਿਹੜੇ ਦੱਸੇ ਗਏ ਨੇ, ਠੀਕ ਆ। ਤਾਂ ਇਹਦਾ ਕਰੈਕਟ ਆਪਸ਼ਨ ਹੈਗੀ ਆ ਭਾਰਤ ਐਂਡ ਇੰਡੀਆ, ਠੀਕ ਆ। ਭਾਰਤ ਦੈਟ ਇਜ਼ ਇੰਡੀਆ ਜਾਂ ਇੰਡੀਆ ਦੈਟ ਇਜ਼ ਭਾਰਤ, ਤਾਂ ਐਵੇਂ ਕਰਕੇ ਕੁਝ ਸ਼ਬਦ ਨੇ, ਤਾਂ ਉਹਨਾਂ ਨੂੰ ਤੁਸੀਂ ਯਾਦ ਰੱਖਣਾ ਵੀ ਭਾਰਤ ਐਂਡ ਇੰਡੀਆ ਸਿਰਫ 2 ਨਾਮ ਨੇ। ਇੰਡੀਆ ਕਿਉਂਕਿ ਆਪਣੀਆਂ ਬਾਹਰਲੀ ਕੰਟਰੀਜ਼ ਦੇ ਨਾਲ ਟ੍ਰੀਟੀ ਨੇ ਜਿਹੜੀਆਂ ਉਹ ਇੰਡੀਆ ਦੇ ਨੇਮ 'ਤੇ ਹੋਈਆਂ। ਭਾਰਤ ਆਪਣਾ ਪਰੰਪਰਾਗਤ ਤਰੀਕੇ ਦੇ ਨਾਲ ਟ੍ਰੈਡੀਸ਼ਨਲ ਨੇਮ ਆ ਜਿਹੜਾ ਉਹ ਭਾਰਤ ਆ। ਤਾਂ 9ਵਾਂ ਕੁਐਸਚਨ, ਇਨ ਅ ਪਾਰਲੀਮੈਂਟ ਸਿਸਟਮ ਆਫ ਗਵਰਨਮੈਂਟ, ਤਾਂ ਇਹ ਵਾਲਾ ਕੁਐਸਚਨ ਆਪਣਾ ਕੀ ਕਹਿੰਦਾ, ਜੁਡੀਸ਼ਰੀ ਕੰਟਰੋਲ ਕਰਦੀ ਆ ਐਗਜ਼ੀਕਿਊਟਿਵ ਨੂੰ, ਐਗਜ਼ੀਕਿਊਟਿਵ ਕੰਟਰੋਲ ਕਰਦਾ ਜੁਡੀਸ਼ਰੀ ਨੂੰ, ਐਗਜ਼ੀਕਿਊਟਿਵ ਕੰਟਰੋਲ ਕਰਦਾ ਲੈਜਿਸਲੇਚਰ ਨੂੰ, ਲੈਜਿਸਲੇਚਰ ਕੰਟਰੋਲ ਕਰਦਾ ਐਗਜ਼ੀਕਿਊਟਿਵ ਨੂੰ। ਹੁਣ ਦੇਖੋ ਬੱਚੇ, ਤੁਹਾਨੂੰ ਕੀ ਲੱਗਦਾ ਵੀ ਜਿਹੜੇ MP ਨੇ ਉਹ ਸੰਸਦ ਨੂੰ ਘੁਮਾਈ ਫਿਰਦੇ ਆ, ਜਾਂ ਫਿਰ ਜਿਹੜੇ ਸੰਸਦ 'ਚ ਬੈਠਦੇ ਉਹ ਐਗਜ਼ੀਕਿਊਟਿਵ ਜਿਹੜੇ ਲਾਗੂ ਕਰਦੇ ਆ ਉਹਨਾਂ ਨੂੰ ਘੁਮਾਈ ਫਿਰਦੇ ਆ? ਤਾਂ ਜਿਹੜਾ ਲੈਜਿਸਲੇਚਰ ਆ ਕਾਨੂੰਨ ਬਣਾਉਣ ਵਾਲਾ ਉਹ ਕੰਟਰੋਲ ਕਰਦਾ ਐਗਜ਼ੀਕਿਊਟਿਵ ਨੂੰ, ਠੀਕ ਆ। ਤਾਂ ਇਹਦਾ ਕਰੈਕਟ ਆਪਸ਼ਨ ਕੀ ਆ, D, ਡਨ। ਤਾਂ ਜਿਵੇਂ ਹੁਣ ਆਪਾਂ ਪਹਿਲਾਂ ਦੇਖਿਆ ਵੀ ਸਰਕਾਰ ਦੇ ਕਿੰਨੇ 3 ਅੰਗ ਹੁੰਦੇ ਆ, ਕਿਹੜੇ ਹੁੰਦੇ ਆ? ਪਹਿਲੇ ਨੰਬਰ 'ਤੇ ਆਉਂਦਾ ਸਾਡਾ ਲੈਜਿਸਲੇਟਿਵ, ਦੂਸਰੇ 'ਤੇ ਆਉਂਦੇ ਨੇ ਐਗਜ਼ੀਕਿਊਟਿਵ, ਤੀਸਰੇ ਨੰਬਰ 'ਤੇ ਆਉਂਦੇ ਆ ਜੁਡੀਸ਼ਰੀ। ਇਹਨਾਂ ਦਾ ਕੰਮ ਕੀ ਹੁੰਦਾ, ਕਾਨੂੰਨ ਬਣਾਉਣਾ, ਔਰ ਇਹਨਾਂ ਦਾ ਕੰਮ ਹੁੰਦਾ ਲਾਗੂ ਕਰਨਾ, ਔਰ ਜੁਡੀਸ਼ਰੀ ਦਾ ਕੰਮ ਹੁੰਦਾ ਨਿਆਂ ਕਰਨਾ। ਜਾਣੀ ਕਿ ਇਹਨਾਂ ਨੂੰ ਆਪਾਂ ਕਹਿੰਦੇ ਹਾਂ ਕਾਰਜਪਾਲਿਕਾ, ਵਿਧਾਨ ਪਾਲਿਕਾ ਔਰ ਨਿਆਂਪਾਲਿਕਾ। ਇਹ ਕੁਐਸਚਨ ਸੀਗਾ। ਇਸ ਤੋਂ ਬਾਅਦ ਦੇਖੋ ਆਪਣਾ 10ਵਾਂ ਕੁਐਸਚਨ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਤਾਂ ਹੁਣ 4 ਸਟੇਟਮੈਂਟ ਨੇ, ਇਹਨਾਂ ਦੇ ਵਿੱਚੋਂ ਕੀ ਪੁੱਛਿਆ ਉਹਨਾਂ ਨੇ, ਉਹੀ ਗੱਲ ਫਿਰ ਆਪਾਂ ਦੇਖਾਂਗੇ ਵੀ ਟਰੂ ਕਿਹੜੀ ਆ। ਇੰਡੀਆ ਇਜ਼ ਅ ਡੈਮੋਕ੍ਰੈਟਿਕ ਪੋਲਿਟੀ, ਜਮਾ ਸਹੀ ਆ, ਇੰਡੀਆ ਇੱਕ ਡੈਮੋਕ੍ਰੈਟਿਕ ਪੋਲਿਟੀ ਆ, ਠੀਕ ਆ। ਪਹਿਲਾ C ਦੇ ਵਿੱਚ ਹੈ ਨਹੀਂ, ਤਾਂ C ਆਪਸ਼ਨ ਐਲੀਮੀਨੇਟ ਕਰੋ, ਇੱਕ ਤਾਂ ਕੱਟੋ, ਬਾਕੀ ਸਾਰਿਆਂ ਦੇ ਵਿੱਚ ਇੱਕ ਹੈਗਾ। ਤਾਂ ਇੰਡੀਆ ਇਜ਼ ਅ ਸੋਵਰੀਅਨ ਸਟੇਟ, ਮੈਂ ਤੁਹਾਨੂੰ ਸੋਵਰੀਅਨ ਦਾ ਕੱਲ੍ਹ ਮਤਲਬ ਦੱਸਿਆ ਸੀ ਵੀ ਕੀ ਹੁੰਦਾ। ਸੋਵਰੀਅਨ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਦੇਸ਼ ਆਪਦੇ ਫੈਸਲੇ ਲੈਣ ਲਈ ਆਪਦੇ ਆਪ 'ਚ ਸੁਤੰਤਰ ਹੋਵੇ, ਕਿਸੇ ਬਾਹਰਲੀ ਕੰਟਰੀ ਦੇ ਦਬਾਅ 'ਚ ਆ ਕੇ ਕੋਈ ਫੈਸਲਾ ਨਾ ਕਰੇ। ਤਾਂ ਇੰਡੀਆ ਸੋਵਰੀਅਨ ਸਟੇਟ ਆ। ਤੁਸੀਂ ਕਦੇ ਦੇਖਿਆ ਸੰਸਦ ਦੇ ਵਿੱਚ ਇੰਡੀਆ ਜਿਹੜਾ ਫੈਸਲਾ ਲੈਂਦਾ ਉਹ ਕੈਨੇਡਾ, ਅਮਰੀਕਾ, ਰਸ਼ੀਆ ਨੂੰ ਸੱਦਦਾ ਵੀ ਤੁਸੀਂ ਆਓ ਅਤੇ ਸਾਨੂੰ ਦੱਸੋ ਆਹ ਚੀਜ਼ ਅਸੀਂ ਕਰੀਏ ਕਿ ਨਹੀਂ ਕਰੀਏ? ਨਹੀਂ। ਤਾਂ ਇਹਦਾ ਮਤਲਬ ਕੀ ਹੋਇਆ ਵੀ ਇੰਡੀਆ ਇੱਕ ਸੋਵਰੀਅਨ ਸਟੇਟ ਆ। ਤਾਂ ਹੁਣ ਦੂਸਰੀ ਸਟੇਟਮੈਂਟ ਬਿਲਕੁਲ ਕਰੈਕਟ ਆ। ਤਾਂ ਹੁਣ ਦੂਸਰੀ ਤਾਂ ਸਾਰਿਆਂ ਦੇ ਵਿੱਚ ਹੀ ਆ, ਜਿਹੜੀਆਂ ਹੁਣ ਬਚੀਆਂ A, B, D ਤਾਂ ਸਾਰਿਆਂ ਦੇ ਵਿੱਚ ਆ। ਹੁਣ ਤੀਸਰੀ, ਇੰਡੀਆ ਹੈਜ਼ ਅ ਡੈਮੋਕ੍ਰੈਟਿਕ ਸੁਸਾਇਟੀ, ਇੰਡੀਆ ਦੇ ਵਿੱਚ ਡੈਮੋਕ੍ਰੈਟਿਕ ਸੁਸਾਇਟੀ ਆ। ਇੰਡੀਆ ਇਜ਼ ਅ ਵੈਲਫੇਅਰ ਸਟੇਟ, ਤਾਂ ਭਾਰਤ ਇੱਕ ਵੈਲਫੇਅਰ ਸਟੇਟ, DPSP ਦੇ ਵਿੱਚ ਇਹ ਗੱਲ ਦਾ ਜ਼ਿਕਰ ਆ। ਤਾਂ ਚੌਥੀ ਆਪਸ਼ਨ B ਸਹੀ ਆ, ਤੀਸਰੀ B ਸਹੀ ਆ। ਇਹਦੇ 'ਚ ਦੇਖੋ ਚੌਥੀ ਹੈ ਨਹੀਂ, ਤਾਂ ਹੁਣ ਚੌਥੀ ਵੀ ਸਹੀ ਆ ਵੀ ਸਹੀ ਆ, ਆ ਵੀ ਸਹੀ ਆ ਵੀ ਸਹੀ ਆ। ਤਾਂ ਹੁਣ ਇਹਦੇ 'ਚ 4 ਨਹੀਂ ਹੈਗਾ, ਇਹਦੇ 'ਚ 3 ਤੇ 4 ਦੋਨੋਂ ਨਹੀਂ ਹੈਗੇ, ਇਹਦੇ 'ਚ 1 ਨਹੀਂ ਹੈਗਾ। ਤਾਂ ਆਹ ਤਿੰਨੋਂ ਆਪਸ਼ਨ ਨੂੰ ਐਲੀਮੀਨੇਟ ਕਰੋ, ਦੈਨ ਇਹਦਾ ਕਰੈਕਟ ਆਨਸਰ ਕੀ ਆ, D ਆ ਜਾਊਗਾ। ਤਾਂ ਬੱਚੇ ਆਹ ਚੀਜ਼ ਇਹ ਕੁਐਸਚਨ ਦੀ ਸੀ। ਇਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਵਟ ਇਜ਼ ਦਾ ਸੋਰਸ ਆਫ ਪੋਲੀਟੀਕਲ ਪਾਵਰ ਇਨ ਇੰਡੀਆ। ਤਾਂ ਭਾਰਤ ਦੇ ਵਿੱਚ ਪੋਲੀਟੀਕਲ ਪਾਵਰ ਦਾ ਸੋਰਸ ਆ ਜਿਹੜਾ ਉਹ ਕੀ ਆ? ਇਹ ਬੱਚੇ ਤੁਸੀਂ ਤੁਹਾਡੇ ਲਈ ਕੁਐਸਚਨ ਆ ਇਹ, ਬਾਕੀ ਸਭ ਦੇ ਆਨਸਰ ਮੈਂ ਤੁਹਾਨੂੰ ਦੱਸੇ ਨੇ। ਤਾਂ ਮੈਂ ਇਹ ਤੁਹਾਡੇ ਲਈ ਇੱਕ ਕੁਐਸਚਨ ਛੱਡਿਆ, ਇਹਨੂੰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ, ਓਕੇ, ਵੀ ਇਹਦੇ ਵਿੱਚ ਕੀ ਆ। ਬਾਕੀ ਹੁਣ ਆਪਾਂ ਨਾਲ ਇੱਕ ਗੱਲ ਕਰਨੀ ਵੀ ਆਪਣੇ ਸੰਵਿਧਾਨ ਦੇ ਬਾਰੇ ਆਪਾਂ ਕੁਛ ਕੁ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਦੇਖਦੇ ਹਾਂ। ਇਹਦਾ ਤੁਸੀਂ ਬੱਚੇ ਕਮੈਂਟ ਕਰਕੇ ਆਨਸਰ ਜ਼ਰੂਰ ਦੇਣਾ, ਠੀਕ ਆ। ਤਾਂ ਇਹ ਤੋਂ ਬਾਅਦ ਬੱਚੇ ਆਪਾਂ ਇੱਕ ਫੈਕਟ ਹੋਰ ਕਰਨੇ ਅੱਜ, ਨਾਲ ਹੀ ਆਪਾਂ ਛੋਟੇ ਛੋਟੇ ਟੌਪਿਕ ਜਿਹੜੇ ਹੋਣਗੇ ਉਹ ਆਪਾਂ ਹੀ ਖਤਮ ਕਰ ਦਿੰਦੇ ਹਾਂ। ਸਟੇਟ ਫਾਈਨਾਂਸ ਕਮਿਸ਼ਨ, ਕਿਉਂਕਿ ਆਪਾਂ ਸਟੇਟ ਲੈਵਲ ਦੀ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ, ਸਟੇਟ ਫਾਈਨਾਂਸ ਕਮਿਸ਼ਨ। ਤਾਂ ਇਹਦੇ ਬਾਰੇ ਆਪਾਂ ਦੇਖਾਂਗੇ, ਇਹਦਾ ਆਰਟੀਕਲ ਸੰਵਿਧਾਨ ਦੇ ਵਿੱਚ ਹੈਗਾ ਕੋਈ ਹੈਗਾ, ਤਾਂ ਫਿਰ ਇਹ ਕੀ ਹੋਈ, ਕੌਂਸਟੀਟਿਊਸ਼ਨਲ ਬੋਡੀ ਆ, ਓਕੇ, ਕੌਂਸਟੀਟਿਊਸ਼ਨਲ ਬੋਡੀ ਆ। ਅਤੇ ਜੇ ਗੱਲ ਕਰੀਏ ਇਹਦਾ ਫਿਰ ਆਰਟੀਕਲ ਕਿਹੜਾ ਹੈਗਾ, ਇਹਦਾ ਆਰਟੀਕਲ 243 ਆਈ ਆ। ਇਹ ਤਾਂ ਮੈਂ ਤੁਹਾਨੂੰ ਕੱਲ੍ਹ ਪੰਚਾਇਤੀ ਰਾਜ ਵਾਲੀ ਵੀਡੀਓ ਦੇ ਵਿੱਚ ਵੀ ਕਰਵਾਇਆ ਸੀਗਾ ਤੁਹਾਨੂੰ। ਤਾਂ ਕਿਹੜੀ ਅਮੈਂਡਮੈਂਟ ਦੇ ਨਾਲ ਇਹ ਜੋੜਿਆ ਗਿਆ ਸੀ? 73ਵੀਂ ਅਮੈਂਡਮੈਂਟ ਹੋਈ ਸੀ। ਕਦੋਂ ਹੋਈ ਸੀ? 1992 ਦੇ ਵਿੱਚ, ਬਟ ਇਹ ਵਾਲੀ ਲਾਗੂ ਹੋਈ ਸੀ 24 ਅਪ੍ਰੈਲ 1993।
ਜੇ 24 ਅਪ੍ਰੈਲ ਨੂੰ ਹੋਈ ਸੀ ਇਸੇ ਨੂੰ ਹੀ ਮਤਲਬ ਕਿ ਨੈਸ਼ਨਲ ਪੰਚਾਇਤੀ ਡੇ ਆ ਜਿਹੜਾ ਉਹ ਮਨਾਇਆ ਜਾਂਦਾ। ਤਾਂ ਹੁਣ ਇਹਦੇ 'ਚ ਕੀ ਆ, ਚੇਅਰਮੈਨ ਪਲੱਸ ਮੈਂਬਰ ਕੀ ਹੁੰਦੇ ਇਹਦੇ 'ਚ, ਚੇਅਰਮੈਨ ਹੁੰਦਾ ਔਰ ਫਿਰ ਇਹਦੇ ਮੈਂਬਰ ਵੀ ਹੁੰਦੇ ਆ। ਚਾਹੇ ਤਾਂ ਇਹਨਾਂ ਦੀ ਹੋਵੇ ਨਿਯੁਕਤੀ, ਚਾਹੇ ਇਹਨਾਂ ਦਾ ਹੋਵੇ ਰਿਮੂਵਲ, ਠੀਕ ਆ। ਤਾਂ ਉਹਨਾਂ ਨੂੰ ਕੌਣ ਕਰਦਾ, ਜਿਹੜੀ ਸਟੇਟ ਦਾ ਹੋਊਗਾ ਉਹ ਸਟੇਟ ਨਾਲ ਸੰਬੰਧਿਤ ਗਵਰਨਰ। ਪਰ ਇੱਥੇ ਐਡਵਾਈਸ ਕਿਹਦੀ ਚਾਹੀਦੀ ਆ, ਐਡਵਾਈਸ ਆਫ ਸਟੇਟ ਗਵਰਨਮੈਂਟ। ਤਾਂ ਸਟੇਟ ਫਾਈਨਾਂਸ ਕਮਿਸ਼ਨ ਦੇ ਬਾਰੇ ਫੈਕਟ ਨੇ, ਜੇ ਇਹਨਾਂ ਨੇ ਦੇਣਾ ਹੋਵੇ ਆਪਦਾ ਅਸਤੀਫਾ, ਇਹਨਾਂ 'ਚੋਂ ਕਿਸੇ ਨੇ ਵੀ ਅਸਤੀਫਾ ਕਿਹਨੂੰ ਜਾਊਗਾ, ਗਵਰਨਰ ਨੂੰ। ਜੇ ਗੱਲ ਕਰੀਏ ਇਹਨਾਂ ਦੇ ਕਾਰਜਕਾਲ ਦੀ, ਕਾਰਜਕਾਲ 5 ਸਾਲ ਜਾਂ ਫਿਰ 62 ਸਾਲ, ਜਿਹੜਾ ਵੀ ਇਹਨਾਂ ਦੇ ਵਿੱਚੋਂ ਪਹਿਲਾਂ ਹੋ ਗਿਆ ਤਾਂ ਹੁਣ ਆਉਂਦਾ ਵੀ ਕੀ ਦੁਬਾਰਾ ਚੁਣੇ ਜਾ ਸਕਦੇ ਆ, ਯੈਸ ਦੁਬਾਰੇ ਇਹ ਚੁਣੇ ਜਾਣੀ ਕਿ ਰੀਅਪੁਆਇੰਟ ਹੋ ਸਕਦੇ ਆ। ਹੁਣ ਇਹਨਾਂ ਦਾ ਕੰਮ ਕੀ ਹੁੰਦਾ, ਨਾਲੇ ਤਾਂ ਰਿਕਮੈਂਡ ਕਰਦੇ ਆ ਔਰ ਟੈਕਸ ਆ ਜਿਹੜਾ ਸਟੇਟ ਅਤੇ ਲੋਕਲ ਬੋਡੀਜ਼ ਦੇ ਵਿੱਚ, ਜਿਵੇਂ ਆਪਾਂ ਸੈਂਟਰ ਲੈਵਲ ਦੇ ਉਹਦੀ ਗੱਲ ਕਰਦੇ ਹਾਂ ਫਾਈਨਾਂਸ ਕਮਿਸ਼ਨ ਦੀ, ਉਹ ਟੈਕਸ ਵਗੈਰਾ ਜਿਹੜਾ ਸੈਂਟਰ ਔਰ ਸਟੇਟਸ ਦੇ ਵਿਚਾਲੇ ਡਿਸਟਰੀਬਿਊਟ ਕਰਦਾ। ਤਾਂ ਇਹਦਾ ਕੰਮ ਕੀ ਹੁੰਦਾ, ਵਿਦ ਇਨ ਸਟੇਟ ਰਿਕਮੈਂਡੇਸ਼ਨ ਦਿੰਦਾ ਔਰ ਡਿਸਟਰੀਬਿਊਸ਼ਨ ਕਰਦਾ ਟੈਕਸ ਦੀ ਬਿਟਵੀਨ ਲੋਕਲ ਬੋਡੀਜ਼ ਨੇ ਜਿਹੜੀਆਂ ਸਟੇਟ ਗਵਰਨਮੈਂਟ ਦੇ ਅਧੀਨ ਹੁੰਦੀਆਂ ਨੇ, ਠੀਕ ਆ। ਪੰਜਾਬ ਦੇ ਵਿੱਚ ਇੱਕ ਬੱਚੇ ਤੁਸੀਂ ਦੱਸਣਾ ਵੀ ਕਿਹੜਾ ਕਮਿਸ਼ਨ ਚੱਲ ਰਿਹਾ, ਠੀਕ ਆ। ਤਾਂ ਇਹ ਆਪਾਂ ਗੱਲ ਕਰੀਏ ਸਟੇਟ ਫਾਈਨਾਂਸ ਕਮਿਸ਼ਨ ਦੀ, ਔਰ ਇੱਕ ਇਹਦੇ ਨਾਲ ਆਪਾਂ ਅੱਜ ਹੋਰ ਕਰ ਲੈਂਦੇ ਹਾਂ ਇੰਟਰ ਸਟੇਟ ਕਾਉਂਸਲ। ਇਹ ਦੋਨੋਂ ਛੋਟੇ ਛੋਟੇ ਟੌਪਿਕ ਨੇ, ਪੋਲਿਟੀ ਦੇ ਟੌਪਿਕ ਨੇ, ਤਾਂ ਆਪਾਂ ਦੋਨੇ ਹੀ ਅੱਜ ਖਤਮ ਕਰ ਦਿੰਦੇ ਇਹਨੂੰ। ਇੰਟਰ ਸਟੇਟ ਕਾਉਂਸਲ ਤਾਂ ਇਹ ਵੀ ਕੀ ਆਪਣੇ ਕੌਂਸਟੀਟਿਊਸ਼ਨਲ ਬਾਡੀ ਆ, ਇਹ ਵੀ ਕੌਂਸਟੀਟਿਊਸ਼ਨਲ ਬੱਚੇ ਕੌਂਸਟੀਟਿਊਸ਼ਨਲ ਬਾਡੀ ਉਹ ਹੁੰਦੀ ਆ ਜਿਹੜੀ ਸੰਵਿਧਾਨ ਦੇ ਵਿੱਚ ਦਰਜ ਹੋਵੇ ਜਾਂ ਫਿਰ ਸੰਵਿਧਾਨ ਦੇ ਵਿੱਚ ਉਹਦਾ ਆਰਟੀਕਲ ਆ ਜਿਹੜਾ ਜ਼ਿਕਰ ਕੀਤਾ ਹੋਵੇ। ਸਟੈਚੂਰੀ ਬਾਡੀ ਉਹ ਹੁੰਦੀ ਆ ਜਿਹੜੀ ਕਿਸੇ ਐਕਟ ਦੇ ਥਰੂ ਬਣਦੀ ਆ। ਤਾਂ ਹੁਣ ਜੇ ਇਹਦੇ 'ਚ ਸੰਵਿਧਾਨ ਦੇ ਵਿੱਚ ਹੈਗੀ ਆ ਤਾਂ ਇਹਦਾ ਆਰਟੀਕਲ ਤੁਸੀਂ ਜ਼ਰੂਰ ਪੁੱਛੋਗੇ। ਆਰਟੀਕਲ ਇਹਦਾ ਹੈਗਾ 263। ਤਾਂ ਇਹ ਕਦੋਂ ਬਣੀ ਸੀ, ਮਤਲਬ ਇਹਦਾ ਸੈਟਅਪ ਕਦੋਂ ਹੁੰਦਾ ਜਾਂ ਇਸਟੈਬਲਿਸ਼ਮੈਂਟ ਕਦੋਂ ਹੁੰਦੀ ਆ, 28/5/1990 ਨੂੰ, ਸਟੇਟ ਇੰਟਰ ਕਾਉਂਸਲ। ਤਾਂ ਇਹ ਕਿਹਦੀ ਸਿਫਾਰਸ਼ 'ਤੇ ਸੀ, ਇਹਦੇ ਲਈ ਸਿਫਾਰਸ਼ਾਂ ਕੀਤੀਆਂ ਸੀਗੀਆਂ ਜਿਹੜੀਆਂ ਸਰਕਾਰੀਆ ਕਮਿਸ਼ਨ ਨੇ। ਔਰ ਇਹ ਜਿਹੜਾ ਬਣਿਆ ਸੀ ਕਮਿਸ਼ਨ ਇਹ 1988 ਦੇ ਵਿੱਚ ਬਣਿਆ ਸੀ। ਬਾਕੀ ਹੁਣ ਗੱਲ ਸੁਣੋ, ਜਿਹੜਾ ਸਰਕਾਰੀਆ ਕਮਿਸ਼ਨ ਆਪਾਂ ਰੱਖਿਆ, ਇਹ ਜਿਹੜਾ ਨਾਮ ਹੁੰਦਾ RS ਸਰਕਾਰੀਆ ਦੇ ਨੇਮ 'ਤੇ ਪਿਆ ਸੀ, ਜਿਹੜੇ ਉਹ ਟਾਈਮ 'ਤੇ ਇਹਦੇ ਹੈੱਡ ਸੀਗੇ। ਤਾਂ ਇਹਦੀ ਫਾਰਮੇਸ਼ਨ ਕੌਣ ਕਰਦਾ, ਆਪਣੀ ਕੰਟਰੀ ਦੇ ਰਾਸ਼ਟਰਪਤੀ। ਰਾਸ਼ਟਰਪਤੀ ਕਿੰਨੇ ਆਰਟੀਕਲ ਦੇ ਵਿੱਚ ਆ, 52 ਡਨ। ਔਰ ਇਹਦੀਆਂ ਜੇ ਆਪਾਂ ਦੇਖੀਏ, ਆਪਾਂ ਇੱਕ ਐਮਰਜੈਂਸੀ ਦੀ ਗੱਲ ਕਰੀ ਸੀ, ਐਮਰਜੈਂਸੀ ਪਾਵਰ ਰਾਸ਼ਟਰਪਤੀ ਦੀਆਂ 352 356 360 ਆਹ ਆਰਟੀਕਲ ਦੇ ਵਿੱਚ ਨੇ, ਜਿਹੜੀਆਂ ਕਿ ਇਹਦੀਆਂ ਆਪਤਾਕਾਲੀਨ ਹੁੰਦੀਆਂ ਨੇ ਆਪਣੀਆਂ ਸ਼ਕਤੀਆਂ। ਹੁਣ ਜੇ ਆਪਾਂ ਗੱਲ ਕਰੀਏ ਇਹਦਾ ਚੇਅਰਮੈਨ ਕੌਣ ਹੁੰਦਾ, ਜਿਹੜਾ ਆਪਾਂ ਗੱਲ ਕਰ ਰਹੇ ਹਾਂ, ਚੇਅਰਮੈਨ ਹੁੰਦਾ ਇਹਦਾ PM ਪ੍ਰਾਈਮ ਮਿਨਿਸਟਰ। ਮੈਂਬਰ ਹੁੰਦੇ ਆ ਸਾਰੀਆਂ ਸਾਰੀਆਂ ਸਟੇਟਸ ਦੇ CM ਹੁੰਦੇ ਆ, ਉਹ ਹੁੰਦੇ ਆ। ਬਾਕੀ ਜਿਹੜੀਆਂ UT ਨੇ ਉਹਨਾਂ ਦੇ ਵਿੱਚ ਐਡਮਿਨਿਸਟ੍ਰੇਟਰ ਹੁੰਦੇ ਆ, ਉਹ ਆਉਂਦੇ ਆ। ਬਾਕੀ ਦਿੱਲੀ ਅਤੇ ਪੁਡੂਚੇਰੀ ਦੇ CM, ਕਿਉਂਕਿ ਉਹਨਾਂ ਦੋ ਦੇ ਵਿੱਚ CM ਨੇ। ਬਾਕੀ 6 ਕੈਬਨਿਟ ਰੈਂਕ ਮਿਨਿਸਟਰ ਹੁੰਦੇ ਆ, ਯੂਨੀਅਨ ਕਾਊਂਸਲ ਆਫ ਮਿਨਿਸਟਰ ਨੋਮੀਨੇਟਡ ਬਾਏ PM। ਤਾਂ PM ਨੋਮੀਨੇਟ ਕਰਦਾ 6 ਕੈਬਨਿਟ ਰੈਂਕ ਦੇ ਮਿਨਿਸਟਰਾਂ ਨੂੰ, ਯੂਨੀਅਨ ਕਾਊਂਸਲ। ਫੰਕਸ਼ਨ ਕੀ ਹੁੰਦਾ ਇਹਦਾ, ਕੋਆਰਡੀਨੇਸ਼ਨ ਬਿਟਵੀਨ ਸੈਂਟਰ ਐਂਡ ਸਟੇਟ, ਸੋਲਵ ਕਨਫਲਿਕਸ਼ਨ ਬਿਟਵੀਨ ਸੈਂਟਰ ਐਂਡ ਸਟੇਟ। ਮਤਲਬ ਕਿ ਸੈਂਟਰ ਅਤੇ ਸਟੇਟ ਦਾ ਜੇ ਕੋਈ ਵਿਚਾਲੇ ਰੌਲਾ ਪੈਂਦਾ ਤਾਂ ਇੰਟਰ ਦਾ ਮਤਲਬ ਤਾਂ ਉਹੀ ਹੁੰਦਾ ਮਧਿਅਸਥਤਾ ਕਰਨੀ, ਇੰਟਰ ਸਟੇਟ ਕਾਊਂਸਲ। ਤਾਂ ਬੱਚੇ ਦੇਖੋ ਦੋ ਛੋਟੇ ਛੋਟੇ ਟੌਪਿਕ ਸੀਗੇ ਆਪਣੇ, ਇਹਨਾਂ ਦੇ ਵਿੱਚੋਂ ਤੁਸੀਂ ਕੀ ਯਾਦ ਰੱਖਣਾ ਵੀ ਇੰਟਰ ਸਟੇਟ ਕਾਊਂਸਲ ਕਿਹੜੇ ਆਰਟੀਕਲ 'ਚ ਆਉਂਦਾ, 263 ਦੇ ਵਿੱਚ ਆਉਂਦਾ। ਕਿਹਦੀਆਂ ਸਿਫਾਰਸ਼ਾਂ 'ਤੇ ਬਣਿਆ, ਸਰਕਾਰੀਆ ਕਮਿਸ਼ਨ। ਅੱਛਾ, ਸਰਕਾਰੀਆ ਕਮਿਸ਼ਨ 1988 ਦੇ ਵਿੱਚ ਬਣਿਆ, 1990 ਦੇ ਵਿੱਚ ਇਹਨੇ ਆਪਦੀ ਰਿਪੋਰਟ ਰੱਖਤੀ ਅਤੇ ਇਹ ਤੋਂ ਬਾਅਦ 28/5/1990 ਨੂੰ ਇਹ ਬਣਾਤਾ ਅਤੇ ਆਰਟੀਕਲ 263 ਆ। ਤਾਂ ਇਹ ਕਰਕੇ ਕੌਂਸਟੀਟਿਊਸ਼ਨਲ ਬਾਡੀ ਹੋ ਗਈ। ਇਹਦੇ ਫਾਰਮੇਸ਼ਨ ਕੌਣ ਕਰਦਾ, ਰਾਸ਼ਟਰਪਤੀ। ਚੇਅਰਮੈਨ ਇਹਦਾ ਕੌਣ ਹੁੰਦਾ, ਪ੍ਰਾਈਮ ਮਿਨਿਸਟਰ ਹੁੰਦਾ। ਪਲੱਸ ਸਾਰੀਆਂ ਸਟੇਟਸ ਦੇ ਆਪਣੇ CM ਹੁੰਦੇ ਆ। ਜਿਹੜੀਆਂ UT ਨੇ ਜਿੱਥੇ ਨਹੀਂ ਹੁੰਦੇ ਉੱਥੇ ਜਿਹੜੇ ਵੀ ਉਹਨਾਂ ਨੂੰ ਮਤਲਬ ਕਿ ਹੈੱਡ ਕਰਦੇ ਆ ਉਹ ਹੁੰਦੇ ਆ। ਅਤੇ ਦਿੱਲੀ ਅਤੇ ਪੁਡੂਚੇਰੀ ਦੇ ਵਿੱਚ ਜਿਵੇਂ ਕਿ ਸਾਨੂੰ ਪਤਾ ਵੀ ਵੋਟਾਂ ਹੁੰਦੀਆਂ ਨੇ, ਤਾਂ ਉਹਨਾਂ ਦੇ ਵਿੱਚੋਂ ਉਹ ਵੀ ਆ ਜਾਂਦੇ ਆ। ਤਾਂ ਇਹ ਚੀਜ਼ ਸੀਗੀ ਆਪਣੀ ਇੰਟਰ ਸਟੇਟ ਕਾਊਂਸਲ ਨੂੰ ਲੈ ਕੇ। ਅਸੀਂ ਆਪਾਂ
ਜਿਹੜੇ ਹੋਰ ਨੇ ਛੋਟੇ ਛੋਟੇ ਜਿਹੇ ਆਪਣੇ ਟੌਪਿਕ ਉਹ ਆਪਾਂ ਹਰ ਵੀਡੀਓ ਦੇ ਨਾਲ ਲਾਸਟ ਤੇ ਔਰ ਕਰੰਟ ਦੇ 2-3 ਟੌਪਿਕ ਆਪਾਂ ਸਟਾਰਟਿੰਗ ਤੇ ਕਰ ਲਿਆ ਕਰਨੇ ਆ ਔਰ ਲਾਸਟ ਦੇ ਉੱਤੇ ਜਿਹੜੇ ਐਵੇਂ ਛੋਟੇ ਛੋਟੇ ਟੌਪਿਕ ਹੋਣਗੇ ਜਿਹੜੇ ਆਪਣੇ ਸਿਰਫ 5 ਮਿੰਟ ਦੇ ਵਿੱਚ ਉਹਦੇ ਫੈਕਟ ਪ੍ਰੋਪਰ ਕਲੀਅਰ ਹੋ ਜਾਇਆ ਕਰਨਗੇ ਉਹ ਆਪਾਂ ਲਾਸਟ ਦੇ ਵੀਡੀਓ ਉੱਤੇ ਰੱਖ ਲਿਆ ਕਰਨੇ ਆ। ਠੀਕ ਆ, ਤਾਂ ਜਿਹੜਾ ਤੁਹਾਡੇ ਲਈ ਕੁਐਸਚਨ ਸੀ ਬੱਚੇ ਇਹਦਾ ਤੁਸੀਂ ਆਨਸਰ ਜ਼ਰੂਰ ਕਰਨਾ। ਆਹ ਵਾਲੇ 10ਵਾਂ ਤਾਂ ਤੁਹਾਨੂੰ ਮੈਂ ਕਰਾਈ ਦਿੱਤਾ ਸੀ। ਇਸ ਤੋਂ ਬਾਅਦ ਜਿਹੜਾ 11ਵਾਂ ਕੁਐਸਚਨ ਸੀ, ਬਟ ਇਜ਼ ਦਾ ਸੋਰਸ ਆਫ ਪੋਲੀਟੀਕਲ ਪਾਵਰ ਇਨ ਇੰਡੀਆ। ਬਾਕੀ ਜੇ ਤੁਹਾਨੂੰ ਕਿਸੇ ਕੁਐਸਚਨ ਦੇ ਵਿੱਚ ਡਾਊਟ ਆ ਤੁਸੀਂ ਕੁਐਸਚਨ ਨੰਬਰ ਪਾ ਕੇ ਕੁਐਸਚਨ ਦੱਸ ਦਿਓ ਜਾਂ ਫਿਰ ਟਾਈਮਿੰਗ ਪਾ ਕੇ ਵੀਡੀਓ ਦੀ ਤੁਸੀਂ ਉਹ ਕਰ ਸਕਦੇ ਹੋ। ਬਾਕੀ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਜੁਆਇਨ ਕਰ ਸਕਦੇ ਹੋ ਬੱਚੇ, ਸਾਨੂੰ ਤੁਸੀਂ ਉਹਦੇ ਤੇ ਡੇਲੀ ਪੋਸਟ ਨੇ ਜਿਹੜੀਆਂ ਕਰੰਟ ਦੀਆਂ ਉਹ ਅਪਡੇਟ ਕੀਤੀਆਂ ਜਾਂਦੀਆਂ, ਜਾਂ ਫਿਰ ਉਹਦੇ ਤੇ MCQ ਕੁਇਜ਼ ਹੁੰਦਾ ਜਿਹੜਾ ਉਹ ਵੀ ਮਤਲਬ ਕਿ ਕੁਐਸਚਨ ਸ਼ੇਅਰ ਕੀਤੇ ਜਾਂਦੇ ਆ, ਤੁਹਾਨੂੰ ਉਹਦੇ 'ਚ ਕਾਫੀ ਜ਼ਿਆਦਾ ਹੈਲਪ ਹੋਊਗੀ। ਜਿਹੜੇ ਚੈਨਲ ਦੇ ਉੱਤੇ ਨਵੇਂ ਆ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ। ਆਪਣਾ ਕਮੈਂਟ ਕਰਕੇ ਫੀਡਬੈਕ ਵੀਡੀਓ ਤੇ ਜ਼ਰੂਰ ਦੇਣਾ, ਤੁਹਾਨੂੰ ਕਿਵੇਂ ਦਾ ਕੰਟੈਂਟ ਲੱਗ ਰਿਹਾ ਔਰ ਕੀ ਤੁਹਾਨੂੰ ਹੈਲਪ ਮਿਲ ਰਹੀ ਹੈ ਇਹਦੇ ਵਿੱਚ। ਵੀਡੀਓ ਦੇਖਣ ਲਈ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।